ਜੇ ਕੋਈ ਨੌਜਵਾਨ ਉਸ ਤੋਂ ਜ਼ਿਆਦਾ ਹੋਂਦ ਨੂੰ ਬਚਾਉਣਾ ਚਾਹੁੰਦਾ, ਕੋਈ ਫੈਡਰਲ ਸਟਰਕਚਰ ਦੀ ਗੱਲ ਕਰਨਾ ਚਾਹੁੰਦਾ, ਜਾਂ ਉਹ ਲਾਲ ਕਿਲੇ ਤੇ ਛੱਡੋ ਸੰਸਦ ਦੇ ਉੱਪਰ, ਤਾਜ ਮਹਿਲ ਦੇ ਉੱਪਰ ਨਿਸ਼ਾਨ ਸਾਹਿਬ ਚਲਾਉਣਾ ਚਾਹੁੰਦਾ, ਤਾਂ ਉਹ ਆਪਣੇ ਲੈਵਲ ਤੇ ਚਲਾ ਸਕਦਾ। ਸਾਡਾ ਜਿਹੜਾ ਅੰਦੋਲਨ ਆ ਉਹਨੂੰ ਨਾ ਖਰਾਬ ਕਰੋ। ਦੇਖੋ, ਇਹ ਗੱਲ ਅਸੀਂ ਵੀ ਕਲੀਅਰ ਕਰਦੇ ਹਾਂ ਕਿ ਅਸੀਂ ਸਿਰਫ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਕਾਲੇ 3 ਕਾਨੂੰਨ ਰੱਦ ਕਰਵਾਉਣ ਦੇ ਲਈ ਜਿਹੜੀ ਉਹ ਸਾਨੂੰ ਐਡੀਆਂ ਗੱਲਾਂ ਕਰਕੇ ਭੰਡੀ ਜਾ ਰਹੇ ਨੇ ਜਾਂ ਹੁਣ ਵੀ ਨਹੀਂ ਹਟ ਰਹੇ। ਬਾਕੀ ਤਾਂ ਲੀਡਰ ਸਾਹਿਬਾਨ ਸਾਰੇ ਸਹੀ ਨੇ, 2-4 ਲੀਡਰ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਹਾਲੇ ਵੀ ਨਹੀਂ ਹਟਦੇ ਹੈਗੇ, ਹਾਲੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕਰਦੇ ਨੇ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, ਇੱਕ ਤੋਂ ਬਿਨਾਂ ਇਹ ਲੜਾਈ ਨਹੀਂ ਜਿੱਤੀ ਜਾਣੀ। ਜੇ ਤੁਸੀਂ ਅੱਜ ਇੱਕ ਦੂਜੇ ਦੀਆਂ ਲੱਤਾਂ ਖਿੱਚੋਗੇ ਹੋ ਤਾਂ ਤੁਹਾਨੂੰ ਜਿਹੜੀਆਂ ਭਾਰਤ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ, ਤੁਸੀਂ ਉਹਨਾਂ ਦੀ ਮਦਦ ਕਰ ਰਹੇ ਹੋ। ਜੇ ਦਿੱਲੀ ਤੱਕ ਲੈ ਕੇ ਜਾਣ ਵਾਲੇ ਪੰਜਾਬ ਦੇ ਨੌਜਵਾਨ ਨੇ, ਉਗਰਾਹਾਂ ਸਾਹਿਬ ਤਾਂ ਖਨੌਰੀ ਬਾਰਡਰ ਤੇ ਬੈਠ ਗਏ ਸੀਗੇ, ਇੱਧਰ ਰਾਜੇਵਾਲ ਸਾਹਿਬ ਵੀ ਕਹਿ ਰਹੇ ਸੀਗੇ ਅਸੀਂ ਸ਼ੰਭੂ ਮੋਰਚੇ ਤੇ ਇੱਥੇ ਸ਼ੰਭੂ ਬਾਰਡਰ ਤੇ ਬਹਿ ਜਾਣਾ, ਰਾਜਪੁਰੇ ਦੇ ਇਲਾਕੇ ਬਹਿ ਜਾਣਾ, ਪਰ ਸਾਡੇ ਨੌਜਵਾਨ ਕਹਿੰਦੇ ਬਿਲਕੁਲ ਨਹੀਂ। ਉਹਨਾਂ ਨੇ ਸਾਰੀਆਂ ਜਿਹੜੀਆਂ ਹਰਿਆਣੇ ਦੀਆਂ ਬੈਰੀਗੇਟਿੰਗ ਕੀਤੀ ਹੋਈ ਸੀ, ਸਾਡੇ ਤੇ ਪਾਣੀ ਦੀਆਂ ਵਿਛਾੜਾਂ ਪਈਆਂ, ਸਾਡੇ ਤੇ ਲਾਠੀ ਚਾਰਜ ਹੋਇਆ, ਅਸੀਂ ਕੀ ਅਥਰੂ ਗੈਸ ਸਾਡੇ ਤੇ ਪਈ, ਅਸੀਂ ਸਾਰਾ ਕੁਝ ਚੱਲਿਆ ਆਪਣੇ ਉੱਤੇ, ਸਾਰਾ ਕੁਝ ਚੱਲ ਕੇ ਅਸੀਂ ਇਹਨਾਂ ਨੂੰ ਲਿਜਾ ਕੇ ਦਿੱਲੀ ਦੀ ਹੱਦ ਤੇ ਦਿਖਾ ਦਿੱਤਾ। ਉਹ ਟਵੀਟ ਕਰਦੇ ਨੇ, ਟਵੀਟ ਕਰਕੇ ਯਾਰ 5 ਸਾਲ ਬੀਤ ਚੁੱਕੇ ਨੇ, ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਕਿ ਮੈਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰੂੰਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਬੇਅਦਬੀ ਕਰਾਈ ਆ, ਸਿੱਧੇ ਤੌਰ 'ਤੇ ਉਹਨਾਂ ਨੇ ਬਾਦਲ ਦਾ ਨਾਮ ਲਿਆ, ਵੀਡੀਓ ਪਈ ਆ ਵੀ ਉਹਨਾਂ ਨੂੰ ਮੈਂ ਜੇਲ੍ਹ 'ਚ ਡੱਕੂੰਗਾ। ਤੇ ਨਵਜੋਤ ਸਿੰਘ ਸਿੱਧੂ ਹੁਣੀ ਅੱਜ 4 ਸਾਲ 5 ਸਾਲ ਜਦੋਂ ਬੀਤ ਚੁੱਕੇ ਨੇ, ਉਦੋਂ ਹਰਕਤ 'ਚ ਆਏ ਨੇ। ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਪਹਿਲਾਂ ਹੀ ਕਿ ਲਓ ਜੀ ਕੈਪਟਨ ਸਾਹਿਬ, ਤੁਸੀਂ ਵਾਅਦਾ ਨਹੀਂ ਪੂਰਾ ਕੀਤਾ, ਹਫ਼ਤੇ ਲੰਘ ਚੁੱਕੇ ਨੇ, ਜਿੰਨੇ ਤੁਸੀਂ ਸਹੁੰ ਖਾਧੀ, ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ। ਠੀਕ ਆ ਜੀ। ਬਾਕੀ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ। ਠੀਕ ਆ ਜੀ, ਚਿੱਟਾ ਸ਼ਰੇਆਮ ਵਿਕ ਰਿਹਾ। ਜਿੱਥੇ ਬਾਦਲ ਸਾਹਿਬ ਨੇ 1-1 2-2 ਡੀਲਰ ਸੀਗੇ, ਅੱਜ ਹਰ ਪਿੰਡ ਦੇ ਵਿੱਚ 4-4 ਡੀਲਰ ਨੇ ਕੈਪਟਨ ਸਾਹਿਬ ਦੇ। ਸ਼ਰਾਬ ਮਾਫੀਆ ਚੱਲ ਰਿਹਾ। ਸਮਰਾਲੇ ਦੇ ਵਿੱਚੋਂ ਸਾਡਾ ਸਤਲੁਜ ਦਰਿਆ ਏ, ਸਾਰਾ ਪੱਟ ਕੇ ਖਾ ਗਏ। ਕਿਹਦੀ ਸ਼ਹਿ ਤੇ ਚੱਲ ਰਿਹਾ? SHO ਸਾਹਿਬ ਨੇ ਸਾਡੇ, ਜੇ ਇੱਥੇ ਉਹਨਾਂ ਨੂੰ ਕੋਈ ਨਸ਼ੇ ਵਾਲੇ ਫੜ ਵੀ ਲੈਂਦੇ ਨੇ ਤਾਂ ਸ਼ਾਮ ਨੂੰ ਉਹ ਪੈਸੇ ਪੂਸੇ ਲੈ ਲੂ ਕੇ ਹੇਠ ਉੱਤਾ ਕਰਕੇ ਛੱਡ ਦਿੰਦੇ ਨੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ, ਤੁਸੀਂ ਪੰਜਾਬੀ ਰਾਬਤਾ TV ਵੇਖ ਰਹੇ ਹੋ। ਦੋਸਤੋ, ਅੱਜ 26 ਤਰੀਕ ਹੈ ਤੇ 26 ਤਰੀਕ ਹੈ ਜਿਹੜੀ ਉਹ ਇਤਿਹਾਸ ਦੇ ਵਿੱਚ ਇੱਕ ਬਲੈਕ ਡੇ, ਕਾਲੇ ਦਿਨ ਦੇ ਤੌਰ ਤੇ ਮਨਾਈ ਜਾ ਰਹੀ ਹੈ। ਮੈਂ ਪੰਜਾਬ ਦੀ ਗੱਲ ਕਰੂੰਗਾ। ਕਿਸਾਨ ਨੇ ਜਿਹੜੇ ਸਾਡੇ, ਮਜ਼ਦੂਰ ਨੇ, ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਡਟੇ ਹੋਏ ਨੇ ਜਿਹੜੇ 3 ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ। ਸੋ ਸੰਯੁਕਤ ਮੋਰਚੇ ਵੱਲੋਂ ਅੱਜ ਕਾਲ ਦਿੱਤੀ ਗਈ ਸੀਗੀ ਵੀ ਪੰਜਾਬ ਦੇ ਵਿੱਚ ਸਾਰੇ ਘਰਾਂ ਦੇ ਉੱਪਰ ਕਾਲੀਆਂ ਝੰਡੀਆਂ ਲਾ ਕੇ ਕਿਸਾਨਾਂ ਵੱਲੋਂ ਆ ਜਿਹੜਾ ਉਹ ਰੋਸ ਪ੍ਰਦਰਸ਼ਨ ਕੀਤਾ ਜਾਊਗਾ। ਸੋ ਸਾਡੇ ਨਾਲ ਅੱਜ ਨੌਜਵਾਨ ਕਿਸਾਨ ਆਗੂ ਨੇ, ਬਰਿੰਦਰ ਸਿੰਘ ਸੇਖੋਂ, ਸਮਰਾਲੇ ਏਰੀਏ ਨੂੰ ਬਿਲੋਂਗ ਕਰਦੇ ਨੇ, ਤੇ ਅਸੀਂ ਉਹਨਾਂ ਨੂੰ ਮਿਲਣ ਆਏ ਹਾਂ। ਅੱਜ ਸਾਡੇ ਰੂਬਰੂ ਹੋਏ ਨੇ, ਉਹ ਵਿਚਾਰ ਚਰਚਾ ਕਰਾਂਗੇ ਅੱਜ ਦੇ ਦਿਨ ਦੇ ਬਾਰੇ, ਕਿਸਾਨੀ ਦਾ ਜਿਹੜਾ ਘੋਲ ਚੱਲ ਰਿਹਾ ਉਹਦੇ ਬਾਰੇ। ਪੰਜਾਬ ਨੂੰ ਲੈ ਕੇ ਚਿੰਤਤ ਨੇ ਇਹ, ਸਾਡੇ ਨੌਜਵਾਨਾਂ ਨੂੰ ਲੈ ਕੇ ਚਿੰਤਤ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ, ਵਿਚਾਰ ਸਾਂਝੇ ਕਰਾਂਗੇ। ਆਜੋ ਬਾਈ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੰਜਾਬੀ ਰਾਬਤਾ ਚੈਨਲ ਦੀ ਪੂਰੀ ਟੀਮ ਦਾ ਅਸੀਂ ਜੀ ਆਇਆਂ ਕਹਿੰਦੇ ਹਾਂ ਤੇ ਧੰਨਵਾਦ ਕਰਦੇ ਹਾਂ, ਤੇ ਆਸ ਕਰਦੇ ਹਾਂ ਕਿ ਤੁਸੀਂ ਸੱਚ ਦੀ ਜਿਹੜੀ ਆਵਾਜ਼ ਆ ਪੰਜਾਬ ਦੇ ਵਿੱਚ ਜਿਹੜੀ ਆ ਬੁਲੰਦ ਕਰਦੇ ਰਹੋਗੇ। ਬਹੁਤ ਬਹੁਤ ਧੰਨਵਾਦ ਬਾਈ। ਬਾਈ ਜੀ, ਅੱਜ 26 ਤਰੀਕ ਹੈ ਤੇ 26 ਤਰੀਕ ਮਤਲਬ ਤੁਸੀਂ ਇਹ ਕਹਿ ਲਓ ਵੀ 26 ਨਵੰਬਰ ਤੋਂ ਲੈ ਕੇ ਜਿਹੜੀ ਉਹ 26 ਤਰੀਕ ਹੈ, ਇੱਕ ਇਤਿਹਾਸ ਦੇ ਵਿੱਚ ਦਰਜ ਕਰਾ ਦਿੱਤੀ ਗਈ ਹੈ। ਅੱਜ ਕਿਸਾਨਾਂ ਵੱਲੋਂ, ਆਪਣੇ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ ਵੀ ਇਹਨੂੰ ਬਲੈਕ ਡੇ ਦੇ ਤੌਰ ਤੇ ਮਨਾਇਆ ਜਾਊਗਾ। ਕਿਵੇਂ ਦੇਖਦੇ ਹੋ 26 ਤਰੀਕ ਨੂੰ? ਅੱਜ ਦੇਖੋ ਜੀ, 26 ਤਰੀਕ 6 ਮਹੀਨੇ ਹੋ ਚੁੱਕੇ ਨੇ ਸਾਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ, ਪਰ ਭਾਰਤ ਦਾ ਸਰਕਾਰ ਆ ਜਿਹੜੀ ਨਰਿੰਦਰ ਮੋਦੀ, ਉਹਦੇ ਕੰਨ ਤੇ ਜੂੰ ਨਹੀਂ ਸਰਕੀ ਹੈਗੀ। ਉਹਨਾਂ ਨੇ ਸਾਡੀ ਸਾਰ ਨਹੀਂ ਲਈ ਹੈਗੀ। ਉਹ ਚੀਜ਼ ਨੂੰ ਦੇਖਦੇ ਹੋਏ 6 ਮਹੀਨੇ ਪੂਰੇ ਹੋਣ 'ਤੇ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਆ, ਉਹਨਾਂ ਨੇ ਅੱਜ ਕਾਲਾ ਦਿਨ ਆ ਜਿਹੜਾ ਮਨਾਉਣ ਦੀ ਕਾਲ ਦਿੱਤੀ ਸੀ। ਅਸੀਂ ਪਹਿਲਾਂ ਵੀ ਪੰਜਾਬ ਦੇ ਨੌਜਵਾਨ ਨੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਨਾਲ ਮੋਢਾ ਲਾ ਕੇ ਚੱਲਦੇ ਆ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਚੱਲਦੇ ਰਵਾਂਗੇ। ਜੋ ਵੀ ਉਹ ਉੱਥੋਂ ਕਾਲ ਦਿੰਦੇ ਨੇ ਜਾਂ ਜੋ ਵੀ ਪ੍ਰੋਗਰਾਮ ਉਲੀਕਦੇ ਨੇ, ਅਸੀਂ ਉਹਨਾਂ 'ਤੇ ਫੁੱਲ ਚੜਾਉਂਦੇ ਹਾਂ ਤੇ ਚੜਾਉਂਦੇ ਰਹਾਂਗੇ ਤੇ ਉਹਨਾਂ ਦੇ ਨਾਲ ਚੱਲਦੇ ਰਵਾਂਗੇ। ਸੋ ਅੱਜ ਵੀ ਉਹਨਾਂ ਦੀ ਕਾਲ ਦੀ ਸੀ। ਅੱਜ ਪੂਰੇ ਪੰਜਾਬ ਦੇ ਵਿੱਚ ਬਲੈਕ ਡੇ ਜਿਹੜਾ ਉਹ ਮਨਾਇਆ ਗਿਆ
ਘਰਾਂ ਦੇ ਉੱਤੇ ਕਾਲੇ ਝੰਡੇ ਲਗਾਏ ਗਏ ਨੇ, ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ ਨੇ। ਸੋ ਅਸੀਂ ਉਸ ਚੀਜ਼ ਦਾ ਸਮਰਥਨ ਕੀਤਾ ਤੇ ਉਹ ਜਿਹੜਾ ਸੀਗੀ ਕਾਲ ਉਹਨੂੰ ਕਾਮਯਾਬ ਕੀਤਾ ਪੰਜਾਬ ਦੇ ਵਿੱਚ। ਸੇਖੋ ਸਾਹਿਬ 6 ਮਹੀਨੇ ਹੋ ਗਏ ਨੇ ਮਤਲਬ ਕਿਸਾਨੀ ਘੋਲ ਚੱਲਦੇ ਨੂੰ, ਤੇ ਪੀਕ ਤੇ ਵੀ ਗਿਆ ਘੋਲ, ਉਸ ਤੋਂ ਬਾਅਦ ਕੁਛ ਕੁਤਾਹੀਆਂ ਹੋਈਆਂ, ਮਤਲਬ ਥੋੜ੍ਹਾ ਬਹੁਤਾ ਫਲਕਚੁਏਸ਼ਨਸ ਆਈਆਂ, ਤੇ ਹੁਣ ਜਿਹੜਾ ਮੌਜੂਦਾ ਕਿਸਾਨੀ ਅੰਦੋਲਨ ਜਿਹੜਾ ਦਿੱਲੀ ਬੈਠਾ ਹੈ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਜਿਹੜਾ ਪੰਜਾਬ ਦੇ ਖਾਸ ਕਰਕੇ ਮੈਂ ਲੋਕਾਂ ਦੀ ਗੱਲ ਕਰਨਾ ਚਾਹੁੰਦਾ, ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਇਹਨੇ ਆਉਣ ਵਾਲਾ ਪੰਜਾਬ ਦਾ ਭਵਿੱਖ ਤੈਅ ਕਰਨਾ। ਜੇ ਤਾਂ ਅੱਜ ਅਸੀਂ ਘਰਾਂ ਦੇ ਵਿੱਚ ਬੈਠੇ ਰਹੇ, ਇਸ ਸੰਘਰਸ਼ ਦਾ ਹਿੱਸਾ ਨਾ ਬਣੇ, ਤਾਂ ਆਉਣ ਵਾਲਾ ਸਮਾਂ ਜਿਹੜੀਆਂ ਸਾਡੀਆਂ ਨਸਲਾਂ ਤੇ ਸਾਡੀਆਂ ਪੀੜ੍ਹੀਆਂ ਲਈ ਬਹੁਤ ਭਿਆਨਕ ਹੋਊਗਾ ਪੰਜਾਬ ਦੇ ਵਿੱਚ। ਕਿਉਂਕਿ RSS ਤੇ ਜਿਹੜਾ BJP ਦਾ ਏਜੰਡਾ ਹੈ ਇਹਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦਾ ਤੇ ਰਾਜਾਂ ਦੇ ਅਧਿਕਾਰ ਖੋ ਕੇ ਉਹਨੂੰ ਸੈਂਟਰ ਦੇ ਹੱਥ ਵਿੱਚ ਲੈਣ ਦਾ, ਜਿਹੜੇ ਲਗਭਗ ਹੋ ਚੁੱਕੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਪੰਜਾਬ ਆ ਇਹਦਾ ਜਿਹੜਾ ਸੂਬੇ ਦਾ ਦਰਜਾ ਉਹ RSS ਤੇ BJP ਖਤਮ ਕਰਨਾ ਚਾਹੁੰਦੀ ਆ। ਸੋ ਜਿਹੜੀ ਹੁਣ ਗੱਲ ਖੜੀ ਆ ਉਹ ਪੰਜਾਬ ਦੇ ਲੋਕਾਂ ਦੇ, ਪੰਜਾਬ ਦੇ ਨੌਜਵਾਨਾਂ ਤੇ ਪੰਜਾਬ ਦੀਆਂ ਮਾਵਾਂ ਤੇ ਪੁੱਤਾਂ ਤੇ ਖੜੀ ਆ ਕਿ ਉਹ ਇਸ ਸੰਘਰਸ਼ ਨੂੰ ਕਾਮਯਾਬ ਕਰਦੇ ਨੇ ਜਾਂ ਉਹ ਇਸ ਸੰਘਰਸ਼ ਨੂੰ ਨਾਕਾਮਯਾਬ ਕਰਦੇ ਨੇ। ਗੱਲ ਉਹਨਾਂ ਤੇ ਖੜੀ ਆ, ਉਹਨਾਂ ਨੇ ਦੇਖਣਾ ਕਿ ਉਹਨਾਂ ਨੇ ਕਿੱਧਰ ਨੂੰ ਤੁਰਨਾ। ਜੇ ਤਾਂ ਤੁਸੀਂ ਅੱਜ ਜਿੱਤ ਗਏ ਤਾਂ ਆਉਣ ਵਾਲੇ 50 ਸਾਲ ਦਿੱਲੀ ਦੇ ਵਿੱਚ ਚਾਹੇ ਮੋਦੀ ਆ ਜਾਵੇ, ਚਾਹੇ ਰਾਹੁਲ ਆ ਜਾਵੇ, ਚਾਹੇ ਕੋਈ ਹੋਰ ਪ੍ਰਧਾਨ ਮੰਤਰੀ ਆ ਜਾਵੇ, ਆਉਣ ਵਾਲੇ 50 ਸਾਲ ਪੰਜਾਬ ਵੱਲ ਕੋਈ ਅੱਖ ਚੱਕ ਕੇ ਨਹੀਂ ਦੇਖੂਗਾ। ਜੇ ਅਸੀਂ ਹਾਰ ਜਾਂਦੇ ਹਾਂ ਤਾਂ ਸਾਡੇ ਲਈ ਬਹੁਤ ਭਿਆਨਕ ਜਿਹੜਾ ਸਮਾਂ ਸੀ ਉਹਦਾ ਸਾਨੂੰ ਸਾਹਮਣਾ ਕਰਨਾ ਪੈਣਾ। ਇਹ ਲੋਕਾਂ ਨੂੰ ਸਮਝਣਾ ਪੈਣਾ ਪੰਜਾਬ ਦਿਆਂ ਨੂੰ। ਸੇਖੋ ਸਾਹਿਬ, ਮੈਂ ਜਾਊਂਗਾ, ਮੈਂ 26 ਜਨਵਰੀ ਦੀ ਗੱਲ ਕਰੂੰਗਾ। 26 ਜਨਵਰੀ ਤੋਂ ਪਹਿਲਾਂ ਜਾਂ 26 ਜਨਵਰੀ ਤੱਕ ਪੂਰਾ ਜਿਹੜਾ ਅੰਦੋਲਨ ਆ, ਆਪਣਾ ਪ੍ਰੋਟੈਸਟ ਆ, ਉਹ ਪੂਰਾ ਪੀਕ ਤੇ ਸੀਗਾ। ਸਾਡਾ ਲੋਕ ਜਿਹੜੇ ਹਜੂਮ ਨੇ ਭਰ ਭਰ ਕੇ ਉੱਥੇ ਗਏ। ਤੁਹਾਨੂੰ ਲੱਗਦਾ ਹੈ ਵੀ ਕੋਈ ਕੁਤਾਹੀ ਹੋਈ 26 ਜਨਵਰੀ ਦੇ ਦੌਰਾਨ ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਝੁਲਾਉਣਾ, ਇਹਨਾਂ ਸਾਰੇ ਚੀਜ਼ ਨੂੰ, ਇਹਨਾਂ ਸਾਰੇ ਜਿਹੜੇ ਆਪਣੇ ਇੱਥੇ ਸੰਘਰਸ਼ ਹੋਇਆ ਉਹਦੇ ਵਿੱਚ ਲਾਲ ਕਿਲ੍ਹੇ ਤੇ ਜਾਂ ਉਸ ਤੋਂ ਬਾਅਦ ਦੀਆਂ ਗੱਲਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਅੰਦੋਲਨ ਦੇ ਵਿੱਚ ਪੜਾਅ ਆਉਂਦੇ ਰਹਿੰਦੇ ਨੇ। ਕਦੇ ਇਹ ਇਤਿਹਾਸ ਰਿਹਾ, ਕੋਈ ਵੀ ਲੜਾਈ ਆ, ਚਾਹੇ ਕੋਈ ਵੀ ਅੰਦੋਲਨ ਆ, ਲੜਿਆ ਜਾਂਦਾ ਜਦੋਂ ਉਹ ਕਦੇ ਪੀਕ ਤੇ ਜਾਂਦਾ, ਕਦੇ ਥੋੜਾ ਥੱਲੇ ਆਉਂਦਾ। ਇਹ ਹੁੰਦਾ, ਡਾਮਾਡੋਲ ਹੁੰਦੇ ਰਹਿੰਦੇ ਨੇ। ਪਰ ਜੇ ਆਪਾਂ ਇਹ ਕਹਿ ਦਈਏ ਕਿ ਅੰਦੋਲਨ ਆ ਜਿਹੜਾ ਕਮਜ਼ੋਰ ਹੋ ਗਿਆ, ਮੈਨੂੰ ਨਹੀਂ ਲੱਗਦਾ ਕਮਜ਼ੋਰ ਹੋ ਗਿਆ। ਕਿਉਂਕਿ ਜਿੰਨਾ ਚਿਰ ਤੱਕ ਪੰਜਾਬ ਦੇ ਲੋਕਾਂ ਦੇ ਅੰਦਰ ਸਾਹ ਚੱਲਦੇ ਨੇ, ਸਾਡੇ ਸਰੀਰ ਦੇ ਵਿੱਚ ਖੂਨ ਆ, ਅਸੀਂ ਆਪਣੀ ਹੋਂਦ ਦੀ ਲੜਾਈ ਆ ਜਿਹੜੀ ਉਹ ਲੜਦੇ ਰਹਾਂਗੇ। ਜਿਹੜੀ ਗੱਲ ਤੁਸੀਂ 26 ਵਾਲੀ ਕਰੀ ਆ, ਮੈਨੂੰ ਨਹੀਂ ਲੱਗਦਾ ਕਿ 26 ਨੂੰ ਕੋਈ ਉੱਥੇ ਲਾਲ ਕਿਲ੍ਹੇ ਤੇ ਜਿਹੜਾ ਨਿਸ਼ਾਨ ਸਾਹਿਬ ਝੁਲਾਉਣਾ ਕੋਈ ਗੁਨਾਹ ਕੀਤਾ ਗਿਆ। ਸਾਰੀਆਂ ਵੀਡੀਓਜ਼ ਸਾਹਮਣੇ ਆ ਗਈਆਂ ਨੇ ਜਿਹਦੇ ਵਿੱਚ ਕੋਈ ਵੀ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਗਿਆ। ਹਾਂ, ਇਹ ਗੱਲ ਜ਼ਰੂਰ ਆ ਕਿ ਉੱਥੇ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਨਿਸ਼ਾਨ ਸਾਹਿਬ ਹੈ ਕੀ? ਨਿਸ਼ਾਨ ਸਾਹਿਬ ਇੱਕ ਪੂਰੀ ਮਾਨਵਤਾ ਦਾ ਤੇ ਮਨੁੱਖਤਾ ਦਾ ਪ੍ਰਤੀਕ ਆ, ਜਿਹਨੂੰ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਆਪਾਂ। ਜੇ ਨਿਸ਼ਾਨ ਸਾਹਿਬ ਦੇ ਛਤਰ ਛਾਇਆ ਥੱਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹਾਦਤ ਦਿੰਦੇ ਨੇ, ਦੂਜਾ ਧਰਮ ਬਚਾਉਣ ਲਈ ਆਪਣੀ ਸ਼ਹਾਦਤ ਦਿੰਦੇ ਨੇ, ਇੱਥੇ ਹੋਰ ਹਮਲਾਵਰ ਆਉਂਦੇ ਨੇ। ਇਹੀ ਨਿਸ਼ਾਨ ਸਾਹਿਬ ਲੈ ਕੇ ਅਸੀਂ ਹਮਲਾਵਰਾਂ ਤੋਂ ਹਿੰਦੂ ਵੀਰਾਂ ਦੀਆਂ ਧੀਆਂ ਭੈਣਾਂ ਨੂੰ ਬਚਾਉਂਦੇ ਰਹੇ ਹਾਂ, ਉਹਨਾਂ ਨੂੰ ਬਚਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਵਾਪਸ ਦਿੰਦੇ ਰਹੇ ਹਾਂ। ਇਹੀ ਨਿਸ਼ਾਨ ਸਾਹਿਬ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਸੋ ਮੈਨੂੰ ਨਹੀਂ ਲੱਗਦਾ ਕਿ ਨਿਸ਼ਾਨ ਸਾਹਿਬ ਚਲਾਉਣ ਦੇ ਨਾਲ ਵੀ ਕੋਈ ਉੱਥੇ ਐਡੀ ਵੱਡੀ ਆਫਤ ਆ ਗਈ ਸੀ। ਹਾਂ, ਇਹ ਗੱਲ ਹੈਗੀ ਆ ਕਿ ਜੇ ਉਸ ਰਾਤ ਸਾਡੀ ਕਿਸਾਨ ਯੂਨੀਅਨ ਦੇ ਜਿਹੜੇ ਲੀਡਰਸ ਨੇ ਉਹ ਇਹ ਚੀਜ਼ ਨੂੰ ਸਾਂਭ ਲੈਂਦੇ ਤੇ ਅਗਵਾਈ ਕਰ ਲੈਂਦੇ, ਤਾਂ ਭਾਰਤ ਸਰਕਾਰ ਦੀ ਹਿੰਮਤ ਨਹੀਂ ਸੀਗੀ ਕਿ ਉਹ ਸਾਡੇ ਨੌਜਵਾਨਾਂ ਦੇ ਉੱਤੇ ਪਰਚੇ ਦਰਜ ਕਰ ਦਿੰਦੇ, ਜਾਂ ਲੱਖੇ ਸਿਧਾਣੇ, ਦੀਪ ਸਿੱਧੂ ਜਾਂ ਹੋਰ ਵੀ ਸਾਡੇ ਜਿਹੜੇ ਵੀਰ ਨੌਜਵਾਨਾਂ ਦੇ ਪਰਚੇ ਦਰਜ ਹੋਏ ਨੇ, ਉਹਨਾਂ ਦੀ ਹਿੰਮਤ ਨਹੀਂ ਪੈਣੀ। ਉਹਨਾਂ ਨੂੰ ਉਦੋਂ ਇੱਕ ਕਹਿੰਦੇ ਹੁੰਦੇ ਨੇ, ਉਹਨਾਂ ਨੂੰ ਇੱਕ ਸਪੋਰਟ ਮਿਲੀ ਜਦੋਂ ਭਾਰਤ ਦੀ ਸਰਕਾਰ ਨੂੰ, ਜਦੋਂ ਸਾਡੇ ਲੀਡਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਤਾਂ ਗੁੰਡੇ ਨੇ ਜੀ, ਇਹ ਤਾਂ ਸ਼ਰਾਰਤੀ ਅਨਸਰ ਨੇ, ਇਹ ਤਾਂ ਸਾਡੇ ਮੁੰਡੇ ਹੀ ਨਹੀਂ ਹੈਗੇ ਜੀ, ਪਤਾ ਨਹੀਂ ਕਿੱਧਰੋਂ ਆ ਗਏ। ਸੋ ਇਹ ਚੀਜ਼ ਨੇ ਸਾਨੂੰ ਉੱਥੇ ਜਿਹੜਾ ਸੰਘਰਸ਼ ਆ ਉਹਨੂੰ ਕਿਤੇ ਨਾ ਕਿਤੇ ਇਹ ਚੀਜ਼ ਨੇ ਢਾਹ ਲਾਈ ਆ, ਨਾ ਕਿ ਨਿਸ਼ਾਨ ਸਾਹਿਬ ਚੜ੍ਹਨ ਦੇ ਨਾਲ ਕੋਈ ਸੰਘਰਸ਼ ਨੂੰ ਢਾਹ ਲੱਗੀ। ਇਹ ਚੀਜ਼ ਸਮਝਣੀ ਪੈਣੀ ਹੈ ਜੀ ਆਪਾਂ ਨੂੰ। ਸੇਖੋ ਸਾਹਿਬ, ਤੁਸੀਂ ਇਹ ਗੱਲ ਕਹੀ ਹੈ ਵੀ ਨਿਸ਼ਾਨ ਸਾਹਿਬ ਦੇ ਝੁਲਾਉਣ ਦੇ ਨਾਲ ਜਾਂ ਲਾਲ ਕਿਲ੍ਹੇ ਤੇ ਪਹੁੰਚਣ ਦੇ ਨਾਲ ਅੰਦੋਲਨ ਨੂੰ ਕੋਈ ਢਾਹ ਨਹੀਂ ਲੱਗੀ, ਪਰ ਜਥੇਬੰਦੀਆਂ ਦੇ ਮੈਂ ਕੁਝ ਆਗੂਆਂ ਨੂੰ ਮਿਲਿਆ। ਵੈਸੇ ਇਹ ਗੱਲ ਥੋੜ੍ਹੀ ਜਿਹੀ ਪੁਰਾਣੀ ਹੋ ਗਈ ਆ, ਪਰ ਇਹ ਗੱਲ ਬਾਰ-ਬਾਰ ਆ ਸਾਡੇ ਲੋਕਾਂ ਦੇ ਮੂਹਰੇ ਆਉਂਦੀ ਹੈ ਤੇ ਇਹ ਡਿਸਕਸ ਵੀ ਕੀਤੀ ਜਾਂਦੀ ਹੈ। ਸੋ ਮੈਂ ਤੁਹਾਡੀ ਰਾਏ ਵੀ ਜਾਣਨਾ ਚਾਹੂੰਗਾ ਵੀ ਜਥੇਬੰਦੀ ਵਾਲੇ ਬਾਰ-ਬਾਰ ਇਹ ਗੱਲ ਕਹਿ ਰਹੇ ਨੇ ਵੀ ਸਾਡੇ ਬੋਲਣ ਦੇ ਨਾਲ ਇਹ ਕੋਈ ਪ੍ਰੋਗਰਾਮ ਖਰਾਬ ਨਹੀਂ ਹੋਇਆ, ਇਹ ਪ੍ਰੋਗਰਾਮ ਲਾਲ ਕਿਲ੍ਹੇ ਤੇ ਜਾਣ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਵਜ੍ਹਾ ਨਾਲ ਤੇ ਸਾਰਾ ਭਾਂਡਾ ਜਿਹੜਾ ਉਹ ਦੀਪ ਸਿੱਧੂ ਦੇ ਨਾਂ ਤੇ ਭੰਡਿਆ ਗਿਆ, ਤੇ ਵੀ ਉਹਨਾਂ ਨੇ ਆ ਜਿਹੜਾ ਉਹ ਢਾਹ ਲਾਈ ਹੈ ਵੀ ਸਾਡੇ ਬੋਲਣ ਦੇ ਨਾਲ ਕੁਝ ਨਹੀਂ ਹੋਇਆ ਹੈ। ਦੇਖੋ ਜੀ,
ਜਦੋਂ ਆਪਾਂ ਆਪਣੇ ਭਾਸ਼ਣਾਂ ਦੇ ਵਿੱਚ ਸਪੀਚ ਦੇ ਵਿੱਚ ਕਹਾਂਗੇ ਅਸੀਂ ਲਾਲ ਕਿਲੇ ਦੀ ਹਿੱਕ ਤੇ ਨੱਚਾਂਗੇ, ਅਸੀਂ ਪਾਰਲੀਮੈਂਟ ਦੀ ਹਿੱਕ ਤੇ ਨੱਚਾਂਗੇ, ਅਸੀਂ ਪਾਰਲੀਮੈਂਟ ਦੀਆਂ ਕੁਰਸੀਆਂ ਤੇ ਜਾ ਕੇ ਬੈਠਾਂਗੇ, ਉੱਥੇ ਸੌਵਾਂਗੇ। ਤੋ ਇਹ ਚੀਜ਼ਾਂ ਕਿਤੇ ਨਾ ਸਾਡੇ ਨੌਜਵਾਨ ਜਜ਼ਬਾਤੀ ਨੇ। ਜਦੋਂ ਸਾਡੇ ਕੋਲ ਇਹੋ ਜਿਹੀਆਂ ਸਪੀਚਾਂ ਆਉਣਗੀਆਂ, ਕਿਉਂਕਿ ਸਾਡਾ ਇਤਿਹਾਸ ਰਿਹਾ, ਸਾਡਾ ਜਿਹੜਾ ਇਤਿਹਾਸ ਆ, ਅਸੀਂ ਤਾਂ ਜੰਮੀ ਸੰਘਰਸ਼ਾਂ ਦੇ ਵਿੱਚੋਂ ਹੋਏ ਹਾਂ। ਚਾਹੇ ਇੱਥੇ ਹੋਰ ਹਮਲਾਵਰ ਆਏ ਨੇ, ਅਸੀਂ ਕਦੇ ਵੀ ਸਾਡਾ ਜਿਹੜਾ ਖੂਨ ਆ, ਸਾਡੀ ਜਿਹੜੀ ਨਸਲ ਆ, ਇਹਨੂੰ ਸਮਝਣਾ ਪੈਣਾ ਫਿਰ ਲੀਡਰਸ਼ਿਪ ਨੂੰ ਸਾਰੀ ਨੂੰ। ਜਦੋਂ ਇਹੋ ਜਿਹੀਆਂ ਗੱਲਾਂ ਤੁਸੀਂ ਸਟੇਜ ਤੋਂ ਕਰੋਗੇ ਤਾਂ ਸਾਡੇ ਨੌਜਵਾਨਾਂ ਨੇ ਜੋਸ਼ ਦੇ ਵਿੱਚ ਆਉਣਾ ਹੀ ਆਉਣਾ ਫਿਰ। ਜੇ ਦੇਖੋ ਇੱਕ ਗੱਲ ਇਹ ਦੇਖਣੀ ਪੈਣੀ ਆ, ਨੌਜਵਾਨ ਜੋਸ਼ 'ਚ ਵੀ ਆਏ ਨੇ, ਪਰ ਉਹਨਾਂ ਨੇ ਉੱਥੇ ਕੋਈ ਗੋਲੀ ਤਾਂ ਨਹੀਂ ਚਲਾਈ ਹੈਗੀ। ਉਹ ਸੰਵਿਧਾਨ ਤੇ ਕਾਨੂੰਨ ਦੇ ਦਾਇਰੇ 'ਚ ਵੀ ਰਹੇ ਨੇ। ਇਸ ਟਾਈਮ ਜੋ RSS ਤੇ BJP ਆ, ਉਹ ਘੱਟ ਗਿਣਤੀਆਂ ਜਾਂ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਆ। ਇਹ ਚੀਜ਼ ਸਾਨੂੰ ਸਮਝਣੀ ਪੈਣੀ ਆ। ਸਾਡੇ ਕਿਸਾਨ ਜਥੇਬੰਦੀਆਂ ਨੂੰ ਕੀ ਕਰਨਾ ਚਾਹੀਦਾ ਸੀ ਉਸ ਦਿਨ? ਜੇ ਸਾਡੇ ਨੌਜਵਾਨ ਉੱਥੇ ਪਹੁੰਚ ਗਏ ਸੀਗੇ ਤਾਂ ਉੱਥੇ ਨਵੀਂ ਸਟੇਜ ਲਾਈ ਜਾਂਦੀ, ਉੱਥੇ ਨਵਾਂ ਪੜਾਅ ਲਾਇਆ ਜਾਂਦਾ। ਸਾਡੇ ਨੌਜਵਾਨ ਨਵਰੀਤ ਸਿੰਘ ਦੀ ਉੱਥੇ ਸ਼ਹਾਦਤ ਹੋ ਜਾਂਦੀ ਆ। ਉਹ ਚੀਜ਼ ਨੂੰ ਦੇਖਦੇ ਹੋਏ ਉੱਥੇ ਬਹਿੰਦੇ, ਸਾਡੇ ਲੀਡਰਸ਼ਿਪ ਜਾਂਦਾ, ਉੱਥੇ ਕੋਈ ਲੀਡਰ ਜਾਂਦਾ ਸੰਯੁਕਤ ਕਿਸਾਨ ਮੋਰਚੇ ਦਾ, ਪਰ ਕਿਸੇ ਨੇ ਉਹਨੂੰ ਚੀਜ਼ ਨੂੰ ਸਾਂਭੇ ਹੀ ਨਹੀਂ। ਪਤਾ ਨਹੀਂ ਸਾਰੇ ਡਰ ਕੇ ਕਿੱਥੇ ਬਣ ਗਏ, ਕੋਈ ਉੱਥੇ ਬੋਲਿਆ ਨਹੀਂ। ਜਦੋਂ ਅਗਲੇ ਦਿਨ ਜਦੋਂ ਸਾਡੇ ਹੀ ਲੀਡਰਾਂ ਨੇ ਸਾਡੇ ਮੁੰਡਿਆਂ ਨੂੰ ਭੰਡਿਆ, ਤਾਂ ਸਾਰੀ ਜਿਹੜੀ ਘਟਨਾ ਉਦੋਂ ਸ਼ੁਰੂ ਹੁੰਦੀ ਆ। ਸਾਰੀ ਸੰਘਰਸ਼ ਨੂੰ ਜਿਹੜੀ ਢਾਲ ਲਾਉਣ ਦੀ ਗੱਲ ਆ, ਉੱਥੋਂ ਸ਼ੁਰੂ ਹੁੰਦੀ ਆ। ਬਾਰ-ਬਾਰ ਇਹ ਸਵਾਲ ਆਉਂਦਾ, ਇਹ ਆਉਂਦਾ ਰਹਿਣਾ ਜਦੋਂ ਤੱਕ ਇਤਿਹਾਸ ਰਹੂਗਾ, ਦੁਨੀਆ ਰਹੂਗੀ। ਜਿਹੜਾ 26 ਜਨਵਰੀ ਵਾਲਾ ਜਿਹੜੀ ਬਾਰ-ਬਾਰ ਇਹ ਘਟਨਾ ਆਉਂਦੀ ਰਹਿਣੀ ਆ ਸਾਡੇ ਮੂਹਰੇ। ਪਰ ਮੈਂ ਸਮਝਦਾ ਵੀ ਉਹ ਘਟਨਾ ਦੇ ਵਿੱਚ ਸਾਡੇ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਹੈਗਾ। ਕਿਤੇ ਨਾ ਕਿਤੇ ਕਸੂਰਵਾਰ ਸਾਡੀ ਲੀਡਰਸ਼ਿਪ ਹੈਗੀ ਆ। ਉਹ ਉਹਨਾਂ ਨੂੰ ਮੰਨਣਾ ਚਾਹੀਦਾ ਸਟੇਜ ਤੋਂ ਵੀ ਸਾਡੇ ਤੋਂ ਗਲਤੀ ਹੋਈ ਆ। ਜਥੇਬੰਦੀਆਂ ਵੱਲੋਂ, ਲੀਡਰਸ਼ਿਪ ਵੱਲੋਂ ਬਾਰ-ਬਾਰ ਇਹ ਵੀ ਗੱਲ ਕਹੀ ਗਈ ਹੈ ਵੀ ਸਟੀਅਰਿੰਗ ਆ ਜਿਹੜਾ ਉਹ ਸਾਡੇ ਹੱਥ 'ਚ ਹੈ। 50 ਸਾਲ ਹੋ ਗਏ ਸਾਨੂੰ, ਜ਼ਿੰਦਗੀਆਂ ਸਾਡੀਆਂ ਲੰਘ ਗਈਆਂ, ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਹਾਂ, ਕਿਸਾਨੀ ਨੂੰ ਬਚਾਉਣਾ ਚਾਹੁੰਦੇ ਹਾਂ। ਵੀ ਇਹ ਇੱਕ ਕਿਸਾਨੀ ਅੰਦੋਲਨ ਹੈ। ਸਾਡਾ ਸਿਰਫ ਮਕਸਦ 3 ਕਾਲੇ ਕਾਨੂੰਨ ਰੱਦ ਕਰਾਉਣਾ ਹੈ, ਉਸ ਤੋਂ ਜ਼ਿਆਦਾ ਨਹੀਂ ਹੈਗਾ। ਜੇ ਕੋਈ ਨੌਜਵਾਨ ਉਸ ਤੋਂ ਜ਼ਿਆਦਾ ਹੋਂਦ ਨੂੰ ਬਚਾਉਣਾ ਚਾਹੁੰਦਾ, ਕੋਈ ਫੈਡਰਲ ਸਟਰਕਚਰ ਦੀ ਗੱਲ ਕਰਨਾ ਚਾਹੁੰਦਾ, ਜਾਂ ਉਹ ਲਾਲ ਕਿਲੇ ਤੇ ਛੱਡੋ ਸੰਸਦ ਦੇ ਉੱਪਰ, ਤਾਜ ਮਹਿਲ ਦੇ ਉੱਪਰ ਨਿਸ਼ਾਨ ਸਾਹਿਬ ਚਲਾਉਣਾ ਚਾਹੁੰਦਾ, ਤਾਂ ਉਹ ਆਪਣੇ ਲੈਵਲ ਤੇ ਚਲਾ ਸਕਦਾ। ਸਾਡਾ ਜਿਹੜਾ ਅੰਦੋਲਨ ਆ ਉਹਨੂੰ ਨਾ ਖਰਾਬ ਕਰੇ। ਦੇਖੋ, ਇਹ ਗੱਲ ਅਸੀਂ ਵੀ ਕਲੀਅਰ ਕਰਦੇ ਹਾਂ ਕਿ ਅਸੀਂ ਸਿਰਫ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਕਾਲੇ 3 ਕਾਨੂੰਨ ਰੱਦ ਕਰਵਾਉਣ ਦੇ ਲਈ ਬੈਠੇ ਹਾਂ। ਫਿਲਹਾਲ ਜਿਹੜੀ ਸਾਡੀ ਮੰਗ ਇਹੀ ਆ, ਬਾਕੀ ਹਲੇ ਸਾਡੀ ਕੋਈ ਮੰਗ ਨਹੀਂ ਹੈਗੀ। ਜਿਹੜੀ ਇਹ ਗੱਲ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਕਰ ਰਹੇ ਨੇ, ਪ੍ਰੋਗਰਾਮ ਸਟੀਅਰਿੰਗ ਉਹਨਾਂ ਦੇ ਹੱਥ ਦੇ ਵਿੱਚ ਆ, ਉਹਨਾਂ ਦੇ ਹੱਥ ਦੇ ਵਿੱਚ ਹੀ ਰਹੂਗਾ। ਜਿੰਨਾ ਚਿਰ ਤੱਕ ਬੇਦਾਗ ਜਾਂ ਇਮਾਨਦਾਰੀ ਦੇ ਨਾਲ ਉਹ ਸਟੀਅਰਿੰਗ ਚਲਾਉਣਗੇ, ਅਸੀਂ ਉਹਨਾਂ ਦੇ ਨਾਲ ਆ, ਮੋਢੇ ਨਾਲ ਮੋਢਾ ਲਾ ਕੇ ਖੜੇ ਸੀਗੇ ਤੇ ਖੜੇ ਆ ਤੇ ਖੜੇ ਰਹਾਂਗੇ। ਜੋ ਵੀ ਅੱਜ ਤੱਕ ਉਹਨਾਂ ਨੇ ਪ੍ਰੋਗਰਾਮ ਦਿੱਤਾ, ਅਸੀਂ ਉਹਨਾਂ ਦੀ ਪਾਲਣਾ ਕੀਤੀ ਆ। ਅਸੀਂ ਉਹਨਾਂ ਦਾ ਸਟੀਅਰਿੰਗ ਥੋੜ੍ਹੀ ਖੋਣਾ ਚਾਹੁੰਦੇ ਹਾਂ ਹੱਥ 'ਚ। ਕਈ ਵਾਰੀ ਅਸੀਂ ਸਟੇਜ 'ਤੇ ਜਾਂਦੇ ਹਾਂ, ਉਹ ਕਹਿੰਦੇ ਨੇ ਨਹੀਂ ਬੋਲਣ ਦੇਣਾ। ਦੱਸੋ, ਅਸੀਂ ਕਹਿੰਦੇ ਠੀਕ ਹੈ ਜੀ, ਅਸੀਂ ਹੱਸ ਕੇ ਕਹਿੰਦੇ ਠੀਕ ਹੈ, ਨਹੀਂ ਬੋਲਣ ਦੇਣਾ, ਨਾ ਬੋਲਣ ਦੇਵੋ। ਪਰ ਅਸੀਂ ਗਲਤ ਕਿੱਥੇ ਆ ਯਾਰ? ਨੌਜਵਾਨ ਪੰਜਾਬ ਦਿਆਂ ਤੋਂ ਗਲਤੀ ਕਿਹੜੀ ਹੋਈ ਆ ਜਿਹੜੀ ਉਹ ਸਾਨੂੰ ਐਡੀਆਂ ਗੱਲਾਂ ਕਰਕੇ ਭੰਡੀ ਜਾ ਰਹੇ ਨੇ ਜਾਂ ਹੁਣ ਵੀ ਨਹੀਂ ਹਟ ਰਹੇ? ਬਾਕੀ ਤਾਂ ਲੀਡਰ ਸਾਹਿਬਾਨ ਸਾਰੇ ਸਹੀ ਨੇ। 2-4 ਲੀਡਰ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਹਾਲੇ ਵੀ ਨਹੀਂ ਹਟਦੇ ਹੈਗੇ, ਹਾਲੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕਰਦੇ ਨੇ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, ਇੱਕ ਤੋਂ ਬਿਨਾਂ ਇਹ ਲੜਾਈ ਨਹੀਂ ਜਿੱਤੀ ਜਾਣੀ। ਜੇ ਤੁਸੀਂ ਅੱਜ ਇੱਕ ਦੂਜੇ ਦੀਆਂ ਲੱਤਾਂ ਖਿੱਚੋਗੇ ਹੋ, ਤਾਂ ਤੁਹਾਨੂੰ ਜਿਹੜੀਆਂ ਭਾਰਤ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ, ਤੁਸੀਂ ਉਹਨਾਂ ਦੀ ਮਦਦ ਕਰ ਰਹੇ ਹੋ। ਜੇ ਦਿੱਲੀ ਤੱਕ ਲੈ ਕੇ ਜਾਣ ਵਾਲੇ ਪੰਜਾਬ ਦੇ ਨੌਜਵਾਨ ਨੇ, ਉਗਰਾਹਾਂ ਸਾਹਿਬ ਤਾਂ ਖਨੌਰੀ ਬਾਰਡਰ ਤੇ ਬੈਠ ਗਏ ਸੀਗੇ, ਇੱਧਰ ਰਾਜੇਵਾਲ ਸਾਹਿਬ ਵੀ ਕਹਿ ਰਹੇ ਸੀਗੇ ਅਸੀਂ ਸ਼ੰਭੂ ਮੋਰਚੇ ਤੇ ਇੱਥੇ ਸ਼ੰਭੂ ਬਾਰਡਰ ਤੇ ਬਹਿ ਜਾਣਾ, ਰਾਜਪੁਰੇ ਦੇ ਲਾਗੇ ਬਹਿ ਜਾਣਾ। ਪਰ ਸਾਡੇ ਨੌਜਵਾਨ ਕਹਿੰਦੇ ਬਿਲਕੁਲ ਨਹੀਂ। ਉਹਨਾਂ ਨੇ ਸਾਰੀਆਂ ਜਿਹੜੀਆਂ ਹਰਿਆਣੇ ਦੀਆਂ ਬੈਰੀਗੇਟਿੰਗ ਕੀਤੀ ਹੋਈ ਸੀ, ਸਾਡੇ ਤੇ ਪਾਣੀ ਦੀਆਂ ਵਿਛਾੜਾਂ ਪਈਆਂ, ਸਾਡੇ ਤੇ ਲਾਠੀ ਚਾਰਜ ਹੋਇਆ, ਅਸੀਂ ਕੀ ਅਥਰੂ ਗੈਸ ਸਾਡੇ ਤੇ ਪਈ, ਅਸੀਂ ਸਾਰਾ ਕੁਝ ਝੱਲਿਆ ਆਪਣੇ ਉੱਤੇ। ਸਾਰਾ ਕੁਝ ਝੱਲ ਕੇ ਅਸੀਂ ਇਹਨਾਂ ਨੂੰ ਲਿਜਾ ਕੇ ਦਿੱਲੀ ਦੀ ਹੱਦ ਤੇ ਬਿਠਾ ਦਿੱਤਾ। ਪਰ ਅੱਜ ਇਹਨਾਂ ਦੇ ਮੂੰਹਾਂ ਤੋਂ ਇਹ ਗੱਲਾਂ ਸ਼ੋਭਦੀਆਂ ਨਹੀਂ। ਮੈਂ ਬਾਰ-ਬਾਰ ਬੇਨਤੀਆਂ ਕਰਦਾ ਰਹਿਣਾ ਵੀ ਜਿੰਨਾ ਚਿਰ ਤੱਕ ਤੁਹਾਡੇ 'ਚ ਏਕਾ ਨਹੀਂ ਹੋਊਗਾ ਨਾ, ਇਹ ਸੰਘਰਸ਼ ਨਹੀਂ ਜਿੱਤਿਆ ਜਾਣਾ। ਸੋ ਇਹੋ ਜਿਹੀਆਂ ਗੱਲਾਂ ਕਰਨੀਆਂ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਨੇ, ਜ਼ਿੰਮੇਵਾਰ ਲੀਡਰ ਨੇ, ਉਹ ਇਹਨਾਂ ਨੂੰ ਵਰਜਣ। ਜਿਹੜੇ ਲੀਡਰ ਹਾਲੇ ਵੀ ਨੌਜਵਾਨਾਂ ਨੂੰ ਬੁਰਾ ਭਲਾ ਕਹਿੰਦੇ ਨੇ ਆਪਣੇ ਇੰਟਰਵਿਊਜ਼ ਤੇ ਸਟੇਜ 'ਤੇ। ਸੇਖੋ ਸਾਹਿਬ, ਤੁਸੀਂ ਏਕੇ ਦੀ ਗੱਲ ਕੀਤੀ ਹੈ। ਬੜੇ ਲੀਡਰ ਤੇ ਨੌਜਵਾਨ ਜਿਹੜੇ ਆਗੂ ਨੇ, ਜਿਵੇਂ ਤੁਸੀਂ ਵੀ ਇੱਕ ਆਗੂ ਹੋ, ਜਾ ਕੇ ਇਹ ਗੱਲ ਕਹਿੰਦੇ ਨੇ ਵੀ ਏਕਾ ਰੱਖੋ, ਏਕਾ ਰੱਖੋ। ਪਰ ਇਹ ਗੱਲਾਂ ਸਿਰਫ ਸਟੇਜ ਤੇ ਮਾਈਕ ਤੱਕ ਸੀਮਿਤ ਰਹਿ ਗਈਆਂ ਨੇ। ਗਰਾਊਂਡ ਦੀ ਗੱਲ ਕਰਦੇ ਹਾਂ ਤਾਂ ਏਕਾ ਕਿਉਂ ਨਹੀਂ ਬਣ ਪਾਇਆ ਹੈਗਾ? ਜਿਹੜਾ ਇੱਕ ਬੈਰੀਅਰ ਹੈ, ਇੱਕ ਗੈਪ ਹੈ, ਉਹ ਇੱਕ ਰਹਿ ਰਿਹਾ ਸਾਡੇ ਆਗੂਆਂ ਤੇ ਸਾਡੇ ਨੌਜਵਾਨਾਂ ਦੇ ਵਿੱਚ। ਇਹਦਾ ਕੀ ਕਾਰਨ? ਇਹਦਾ ਕਾਰਨ ਆ BJP ਤੇ RSS ਦਾ IT ਸੈੱਲ। ਇਹ ਚੀਜ਼ ਸਾਨੂੰ ਸਮਝਣੀ ਪਊਗੀ। ਉਹ ਜਿਹੜਾ ਨੌਜਵਾਨਾਂ ਤੇ ਸਾਡੇ ਆਗੂਆਂ ਦੇ ਵਿੱਚ ਗੈਪ ਪਿਆ ਹੋਇਆ, ਉਹਨੂੰ ਸਿਰਫ 2 ਜਾਂ 3 ਲੀਡਰ ਨੇ ਕਿਸਾਨ ਯੂਨੀਅਨ ਦੇ,
ਜਿਹੜੇ ਉਹ ਗੈਪ ਨੂੰ ਪੂਰਾ ਨਹੀਂ ਹੋਣ ਦਿੰਦੇ, ਉਹਨੂੰ ਭਰਨ ਨਹੀਂ ਦਿੰਦੇ, ਉਹਨੂੰ ਨੇੜੇ ਨਹੀਂ ਲੈ ਕੇ ਆਉਣੇ। ਸਟੇਜ ਤੋਂ ਗੱਲਾਂ ਕਰਦੇ ਨੇ, ਸਟੇਜ ਤੋਂ ਕਹਿੰਦੇ ਅਸੀਂ ਏਕਾ ਰੱਖੋ ਜੀ, ਨੌਜਵਾਨ ਸਾਡੇ ਨਾਲ ਨੇ ਜੀ, ਇਹ ਆ ਬੋ ਆ, ਤੇ ਨਾਲ ਹੀ ਇੱਕ ਅਗਲਾ ਲੀਡਰ ਸਟੇਜ ਤੇ ਚੜ੍ਹਦਾ, ਉਹ ਕਹਿ ਦਿੰਦਾ ਜੀ ਇਹ ਤਾਂ ਸ਼ਰਾਰਤੀ ਅਨਸਰ ਨੇ ਜੀ, ਇਹ ਤਾਂ ਨੌਜਵਾਨ, ਇਹ ਤਾਂ ਹੋਰ ਏਜੰਡਾ, ਇਹਨਾਂ ਦੀ ਕੋਈ ਇਹਨਾਂ ਦਾ ਯੋਗਦਾਨ ਨਹੀਂ ਕਿਸਾਨੀ ਸੰਘਰਸ਼ ਦੇ ਵਿੱਚ। ਅਗਲਾ ਲੀਡਰ ਚੜ੍ਹ ਕੇ ਇਹ ਗੱਲ ਕਹਿ ਦਿੰਦਾ। ਪਰ ਜਿਹੜੇ ਉੱਥੇ ਜ਼ਿੰਮੇਵਾਰ ਲੀਡਰ ਨੇ, ਉਹ ਉਹਨਾਂ ਨੂੰ ਕਿਉਂ ਨਹੀਂ ਮੀਟਿੰਗ ਦੇ ਵਿੱਚ ਕਹਿੰਦੇ ਵੀ ਦੇਖੋ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ, ਚਾਹੇ ਹਰਿਆਣੇ ਦੇ ਹੋਣ, ਵੀ ਨੌਜਵਾਨਾਂ ਨੂੰ ਸਟੇਜ ਤੋਂ ਨਹੀਂ ਭੰਨਣਾ। ਜਦੋਂ ਤੱਕ ਇੱਕ ਧਿਰ ਇਹ ਚੀਜ਼ ਨਹੀਂ ਬੰਦ ਕਰਦੀ, ਉਹਨਾਂ ਤੱਕ ਜਿਹੜਾ ਇਹ ਪਾੜਾ ਇਹ ਵੱਧਦਾ ਰਹਿਣਾ। ਹਾਂ, ਇਹ ਗੱਲ ਜ਼ਰੂਰ ਆ ਕਿ ਜਿਹੜੀਆਂ ਭਾਰਤ ਦੀਆਂ ਏਜੰਸੀਆਂ ਨੇ ਉਹਦੀ ਮਦਦ ਜ਼ਰੂਰ ਕਰ ਰਹੇ ਹੋ, ਅੰਦੋਲਨ ਦੀ ਕੋਈ ਮਦਦ ਨਹੀਂ ਕਰ ਰਹੇ। ਨਾ ਅੰਦੋਲਨ ਨੂੰ ਜਿੱਤਣ ਦੀ ਗੱਲ ਕਰ ਰਹੇ ਹੋ, ਨਾ ਕੁਝ ਹੋਰ ਕਰਨ ਦੀ ਕਰ ਰਹੇ ਹੋ। ਤੁਸੀਂ ਭਾਰਤ ਦੀਆਂ ਏਜੰਸੀਆਂ ਨੂੰ ਜੋ ਚਾਹੁੰਦੀਆਂ ਨੇ ਅਸੀਂ ਉਹ ਕਰ ਰਹੇ ਹਾਂ। ਜੇ ਅੱਜ ਸਾਡੇ ਜ਼ਿੰਮੇਵਾਰ ਲੀਡਰ ਉੱਥੋਂ ਖੜੇ ਹੋ ਕੇ ਕਹਿ ਦੇਣ ਵੀ ਅੱਜ ਤੋਂ ਬਾਅਦ ਜੇ ਕਿਸੇ ਲੀਡਰ ਨੇ ਨੌਜਵਾਨਾਂ ਦੇ ਖਿਲਾਫ ਕੋਈ ਬਿਆਨਬਾਜ਼ੀ ਕੀਤੀ, ਅਸੀਂ ਉਹਨੂੰ ਸਸਪੈਂਡ ਕਰਾਂਗੇ, ਕਿਸਾਨ ਮੋਰਚੇ ਚੋਂ ਕੱਢਾਂਗੇ। ਫਿਰ ਜੇ ਨੌਜਵਾਨ ਕਰਨਗੇ, ਫਿਰ ਨੌਜਵਾਨਾਂ ਨੂੰ, ਮੇਰੇ ਤੁਹਾਡੇ ਵਰਗੇ ਸਾਰੇ ਵੀਰ ਨੇ ਪੰਜਾਬ ਦੇ ਵਿੱਚ, ਆਪਾਂ ਜਾ ਕੇ ਉਹਨਾਂ ਨੌਜਵਾਨ ਜ਼ਿੰਮੇਵਾਰਾਂ ਨੂੰ ਪੁੱਛਾਂਗੇ, ਭਾਈ ਹੁਣ ਲੀਡਰਾਂ ਨੇ ਤਾਂ ਬੰਦ ਕਰਤੀ, ਤੁਸੀਂ ਵੀ ਬੰਦ ਕਰ ਦਿਓ। ਪਰ ਇੱਕ ਧਿਰ ਨੂੰ ਤਾਂ ਨਾ ਪਹਿਲ ਕਰਨੀ ਪੈਣੀ ਆ। ਪਰ ਮੈਨੂੰ ਨਹੀਂ ਲੱਗਦਾ ਪੰਜਾਬ ਦਾ ਜਿਹੜਾ ਯੂਥ ਆ ਉਹ ਕਿਸਾਨ ਯੂਨੀਅਨ ਦੇ ਜਿਹੜੇ ਲੀਡਰਸ ਨੇ ਉਹਨਾਂ ਦੇ ਖਿਲਾਫ ਕੋਈ ਬੋਲਦੇ ਨੇ ਜਾਂ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਮੰਨਦੇ। ਉਹ ਤਾਂ ਫੁੱਲ ਚਾੜਦੇ ਨੇ ਯਾਰ, ਉਹਨਾਂ ਨੂੰ ਬੁੱਕਲ ਦੇ ਵਿੱਚ ਲਓ। ਜਿੰਨਾ ਚਿਰ ਤੱਕ ਉੱਥੇ ਨੌਜਵਾਨ ਨਹੀਂ ਜਾਣਗੇ, ਸੰਘਰਸ਼ ਨਹੀਂ ਜਿੱਤਿਆ ਜਾਣਾ। ਹੁਣ ਤੁਸੀਂ ਇਹ ਦੇਖੋ, ਉਹਨਾਂ ਤੇ ਪ੍ਰੈਸ਼ਰ ਬਿਲਡ ਕਰਨਾ ਪੈਣਾ ਆਪਾਂ ਨੂੰ ਸਰਕਾਰ ਤੇ। ਜਦੋਂ ਉਹਨਾਂ ਨੂੰ ਮੋਢੀ ਦੇ ਉੱਤੇ ਪ੍ਰੈਸ਼ਰ ਹੋਊਗਾ, ਉਦੋਂ ਹੀ ਗੱਲਬਾਤ ਕਰਨਗੇ ਸਾਡੇ ਨਾਲ। ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਓ ਤੁਹਾਡਾ ਕੀ ਹਾਲ ਹੋਣਾ ਆਪਣਾ। ਸਾਰੇ ਆਪਾਂ ਵੀ ਵਿੱਚ ਹੀ ਆ। ਸੋ ਅਸੀਂ ਅਪੀਲ ਕਰਦੇ ਹਾਂ ਜੀ ਕਿਸਾਨ ਯੂਨੀਅਨ ਦੇ ਲੀਡਰ ਨੂੰ, ਇਹ ਜਿਹੜਾ ਪਾੜਾ ਇਹਨੂੰ ਖਤਮ ਕੀਤਾ ਜਾਵੇ। ਸੇਖੋ ਸਾਹਿਬ, ਇੱਕ ਪਾਰਟਿਕੂਲਰ ਇਨਸੀਡੈਂਟ ਮੈਂ ਤੁਹਾਡੇ ਨਾਲ ਮੈਂਸ਼ਨ ਕਰੂੰਗਾ। ਰੁਲਦੂ ਸਿੰਘ ਮਾਨਸਾ ਦਾ ਪਿੱਛੇ ਜੇ ਕਿ ਵਾਇਰਲ ਹੋਈ ਸੀ ਉਹ ਚੀਜ਼। ਉਹਨਾਂ ਨੇ ਕਿਹਾ ਵੀ ਪੁਲਿਸ ਨੇ ਉਹਨਾਂ ਤੇ ਅਟੈਕ ਕੀਤਾ, ਉਹਦੀ ਗੱਡੀ ਨੂੰ ਭੰਨਿਆ। ਤੇ ਰਾਜੇਵਾਲ ਸਾਹਿਬ ਨੇ ਮੀਟਿੰਗ ਦੇ ਵਿੱਚ, ਡੱਲੇਵਾਲ ਸਾਹਿਬ ਨੇ ਤੋਮਰ ਸਾਹਿਬ ਨੂੰ ਇਹ ਗੱਲ ਕਹੀ ਵੀ ਭਾਈ ਤੁਹਾਡੇ ਪੁਲਿਸ ਵਾਲੇ ਨੇ, ਜਿਹੜੇ ਪ੍ਰਸ਼ਾਸਨ ਨੇ, ਉਹਨਾਂ ਨੂੰ ਤੁਸੀਂ ਆਪਣੇ ਦਾਇਰੇ 'ਚ ਰੱਖੋ, ਵੀ ਸਾਡੇ ਲੀਡਰਸ ਦੇ ਉੱਪਰ ਅਟੈਕ ਨਾ ਕਰਨ। ਪਰ ਉਸ ਚੀਜ਼ ਤੋਂ ਬਾਅਦ ਕੀ ਹੋਇਆ, ਤੋਮਰ ਸਾਹਿਬ ਨੇ ਇੱਕ ਵੀਡੀਓ ਦਿਖਾਈ ਜਿਹਦੇ ਵਿੱਚ ਰੁਲਦੂ ਸਿੰਘ ਮਾਨਸਾ ਆਪਣੀ ਗੱਡੀ ਦਾ ਸ਼ੀਸ਼ਾ ਆਪ ਆਪਣੇ ਖੁੰਡੇ ਨਾਲ ਭੰਨ ਰਹੇ ਨੇ। ਤੇ ਉੱਥੇ ਸਾਡੇ ਲੀਡਰ ਸਾਹਿਬਾਨ ਨੂੰ, ਰਾਜੇਵਾਲ ਸਾਹਿਬ ਵਰਗਿਆਂ ਨੂੰ, ਜਾਂ ਡੱਲੇਵਾਲ ਸਾਹਿਬ ਜਿਹੜੀ ਸਾਡੀ ਨੁਮਾਇੰਦਗੀ ਕਰ ਰਹੇ ਨੇ, ਉਹਨਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਸ ਪ੍ਰੋਪਰ ਇਨਸੀਡੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀਰੇ ਗੱਲ, ਜਦੋਂ ਤੱਕ ਅਸੀਂ ਇਹੋ ਜਿਹੀਆਂ ਗੱਲਾਂ ਕਰਾਂਗੇ ਨਾ ਆਪਣੇ ਆਪ, ਤਾਂ ਭਾਰਤ ਦੀਆਂ ਏਜੰਸੀਆਂ ਨੇ ਜਾਂ ਭਾਰਤ ਸਰਕਾਰ ਨੂੰ ਅਸੀਂ ਮੌਕਾ ਦੇਵਾਂਗੇ। ਜੇ ਰੁਲਦੂ ਮਾਨਸਾ ਜੀ ਨੇ ਇਹ ਗੱਲ ਕੀਤੀ ਸੀਗੀ, ਤਾਂ ਡੱਲੇਵਾਲ ਸਾਹਿਬ ਹੋ ਗਏ, ਸਾਡੇ ਰਾਜੇਵਾਲ ਸਾਹਿਬ ਹੋ ਗਏ, ਜਿਹੜੇ ਜ਼ਿੰਮੇਵਾਰ ਲੀਡਰ ਨੇ ਉੱਥੇ ਬੈਠੇ ਨੇ, ਉਹਨਾਂ ਨੂੰ ਸੱਦ ਕੇ ਉਹਨਾਂ ਤੋਂ ਇਹਨਾਂ ਦਾ ਸਪਸ਼ਟੀਕਰਨ ਲੈਣਾ ਚਾਹੀਦਾ ਸੀਗਾ। ਜੇ ਸਾਡੇ ਨੌਜਵਾਨਾਂ ਨੂੰ ਤੁਸੀਂ ਭੰਡਦੇ ਹੋ, ਤਾਂ ਤੁਸੀਂ ਆਪਣੇ ਲੀਡਰਾਂ 'ਤੇ ਕਾਰਵਾਈ ਕਿਉਂ ਨਹੀਂ ਕਰਦੇ ਹੈਗੇ, ਵੀ ਜੇ ਉਹ ਇਹ ਚੀਜ਼ ਕਰਦੇ ਨੇ। ਸੋ ਇਹ ਬੜੀ ਮੰਦਭਾਗੀ ਗੱਲ ਰਹੀ ਆ ਕਿ ਲੀਡਰਾਂ ਨੇ ਹਮੇਸ਼ਾ ਨੌਜਵਾਨਾਂ ਨੂੰ ਭੰਡਿਆ ਤੇ ਆਪਣੀ ਲੀਡਰਸ਼ਿਪ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈਗੀ ਅੱਜ ਤੱਕ। ਸੇਖੋ ਸਾਹਿਬ, ਮੈਂ ਥੋੜ੍ਹੀ ਜਿਹੀ ਸਿਆਸਤ ਦੀ ਵੀ ਗੱਲ ਕਰੂੰਗਾ, ਕਿਉਂਕਿ 22 ਦੀਆਂ ਚੋਣਾਂ ਆ ਰਹੀਆਂ ਨੇ, ਤੇ ਆਪਸੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, ਇਹਨਾਂ ਦੇ ਵਿੱਚ ਵੀ ਦੋ ਫਾੜ ਦੀ ਨੀਤੀ ਚੱਲ ਰਹੀ ਹੈ। ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਉੱਥੇ ਕੈਪਟਨ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਵੀ ਜਿਹੜੀ ਆ ਵਾਰ ਇੱਕ ਤਰੀਕੇ ਦੀ ਬਣੀ ਹੋਈ ਹੈ। ਕੁਝ ਜਿਹੜੇ ਵਿਧਾਇਕ ਨੇ ਜਾਂ ਕੈਬਨਿਟ ਮੰਤਰੀ ਨੇ, ਉਹ ਸਿੱਧੂ ਸਾਹਿਬ ਦੀ ਸਪੋਰਟ ਕਰਦੇ ਨੇ, ਤੇ ਕੈਪਟਨ ਸਾਹਿਬ ਅਲਟੀਮੇਟਮ ਦਿੰਦੇ ਨੇ। ਤੇ ਦੂਜੀ ਗੱਲ, ਇਸ ਹੱਦ ਤੱਕ ਮਤਲਬ ਇਹ ਜਿਹੜੀ ਇੱਕ ਦੂਜੇ ਨਾਲ ਦੋ ਫਾੜ ਦੀ ਨੀਤੀ ਪਹੁੰਚਦੀ ਹੈ ਵੀ ਕੈਪਟਨ ਸਾਹਿਬ ਪ੍ਰਗਟ ਸਿੰਘ ਵਰਗਿਆਂ ਨੂੰ ਇੱਕ ਕਹਿ ਲਓ ਵੀ ਥ੍ਰੈਟ ਦਿੰਦੇ ਨੇ ਵੀ ਹਟ ਜਾ, ਨਹੀਂ ਦੇਖ ਲਾ ਫਿਰ ਤੇਰਾ ਕੀ ਹਾਲ ਕਰਾਂਗੇ। ਦੇਖੋ, ਨਵਜੋਤ ਸਿੰਘ ਸਿੱਧੂ ਦੀ ਗੱਲ ਜਦੋਂ ਵੀ ਆਉਂਦੀ ਆ ਤਾਂ ਉਹ ਟਵਿੱਟਰ ਤੱਕ ਹੀ ਸੀਮਤ ਆ। ਉਹ ਟਵੀਟ ਕਰਦੇ ਨੇ, ਟਵੀਟ ਕਰਕੇ ਯਾਰ 5 ਸਾਲ ਬੀਤ ਚੁੱਕੇ ਨੇ। ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਕਿ ਮੈਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰੂੰਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਨ੍ਹਾਂ ਨੇ ਬੇਅਦਬੀ ਕਰਾਈ ਆ, ਸਿੱਧੇ ਤੌਰ 'ਤੇ ਉਹਨਾਂ ਨੇ ਬਾਦਲ ਦਾ ਨਾਂ ਲਿਆ, ਵੀਡੀਓ ਪਈ ਆ ਵੀ ਉਹਨਾਂ ਨੂੰ ਮੈਂ ਜੇਲ੍ਹ 'ਚ ਡੱਕੂੰਗਾ। ਤੇ ਨਵਜੋਤ ਸਿੰਘ ਸਿੱਧੂ ਹੁਣੀ ਅੱਜ 4 ਸਾਲ 5 ਸਾਲ ਜਦੋਂ ਬੀਤ ਚੁੱਕੇ ਨੇ, ਉਦੋਂ ਹਰਕਤ 'ਚ ਆਏ ਨੇ। ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਪਹਿਲਾਂ ਹੀ ਕਿ ਲਓ ਜੀ ਕੈਪਟਨ ਸਾਹਿਬ, ਤੁਸੀਂ ਵਾਅਦਾ ਨਹੀਂ ਪੂਰਾ ਕੀਤਾ, ਹਫ਼ਤੇ ਲੰਘ ਚੁੱਕੇ ਨੇ ਜਿੰਨੇ ਤੁਸੀਂ ਸਹੁੰ ਖਾਧੀ, ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ। ਸੋ ਇਹ ਸਿਆਸਤ ਕੀਤੀ ਜਾ ਰਹੀ ਹੈ ਕਾਂਗਰਸ ਨੂੰ ਦੁਬਾਰਾ ਸੱਤਾ ਦੇ ਵਿੱਚ ਲੈ ਕੇ ਆਉਣ ਲਈ। ਹੁਣ ਕੈਪਟਨ ਅਮਰਿੰਦਰ ਸਿੰਘ ਤਾਂ ਰੂਸਾ ਮੈਡਮ ਨੂੰ ਚੀਕੂ ਤੇ ਸੀਤਾਫਲ ਇਕੱਠੇ ਕਰਨ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਨੂੰ ਕੀ ਪਤਾ ਪੰਜਾਬ ਦੇ ਵਿੱਚ ਕੀ ਹੋ ਰਿਹਾ, ਠੀਕ ਆ ਜੀ। ਉਹ ਤਾਂ ਇੰਨਾ ਕੁ ਉਹਨਾਂ ਦੇ ਪਿਆਰ ਦੇ ਵਿੱਚ ਮਗਨ ਨੇ ਰਾਜਾ ਸਾਹਿਬ, ਉਹਨਾਂ ਨੂੰ ਤਾਂ ਪੰਜਾਬ ਦੇ ਵਿੱਚ ਇਹ ਨਹੀਂ ਪਤਾ ਲੱਗ ਰਿਹਾ ਵੀ ਕਰੋਨਾ ਕਿਵੇਂ ਫੈਲ ਰਿਹਾ, ਕਿੰਨੇ ਲੋਕ ਨੇ ਜਿਨ੍ਹਾਂ ਨੂੰ ਮਤਲਬ ਇਹ ਚੀਜ਼ ਦੇ ਵਿੱਚੋਂ ਗਰੀਬਾਂ ਦੇ ਨਾਲ ਕੀ ਹੋ ਰਿਹਾ। ਸਿਰਫ ਇਹ ਸਿਆਸਤ ਖੇਡੀ ਜਾ ਰਹੀ ਆ ਪੰਜਾਬ ਦੇ ਵਿੱਚ। ਹੁਣ ਤੁਸੀਂ ਦੂਜੀ ਗੱਲ ਦੇਖੋ, ਸਿੱਧੂ ਸਾਹਿਬ ਟਵੀਟ ਕਰਕੇ ਛੱਡਤਾ ਉਹਨਾਂ ਨੇ। ਉਹਨਾਂ ਨੇ ਕੀ ਕੀਤਾ? ਕੁਝ ਨਹੀਂ ਕੀਤਾ।
ਉਸੇ ਤਰ੍ਹਾਂ ਅਕਾਲੀ ਦਲ ਬਾਦਲ ਆ ਉਹ ਵੀ ਆਪਣੀਆਂ ਸਿਆਸੀਆਂ ਰੋਟੀਆਂ ਸੇਕੀ ਜਾ ਰਹੇ ਨੇ। ਪੰਜਾਬ ਦੇ ਵਿੱਚ ਆਉਣ ਵਾਲਾ ਜਿਹੜਾ 22 ਦਾ ਪੇੜਾ ਉਹਨੂੰ ਤਿਆਰ ਕੀਤਾ ਜਾ ਰਿਹਾ। ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਉਹ ਵੀ ਇਹੀ ਕੁਛ ਕਰ ਰਿਹਾ। ਹੁਣ 117 ਐਮਐਲਏ ਨੇ ਸਾਡੇ, ਤੁਹਾਡੇ ਚੈਨਲ ਦੇ ਥਰੂ ਮੈਂ ਪੁੱਛਣਾ ਚਾਹੁੰਦਾ, ਜਦੋਂ ਹੁਣ 117 ਐਮਐਲਏ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹ ਪੰਜਾਬ ਦੇ ਵਿੱਚ ਵੋਟਾਂ ਮੰਗਣ ਜਾਣਗੇ, ਤਾਂ ਉਹ ਆਪਣੇ ਐਮਐਲਏ ਨੂੰ ਇੱਕ ਗੱਲ ਜ਼ਰੂਰ ਪੁੱਛ ਲੈਣ ਕਿ ਭਾਈ ਤੂੰ ਕਿਸਾਨੀ ਸੰਘਰਸ਼ ਦੇ ਵਿੱਚ ਤੇਰਾ ਯੋਗਦਾਨ ਕੀ ਆ, ਅਸੀਂ ਤੈਨੂੰ ਵੋਟ ਪਾਈਏ, ਅੱਜ ਸਾਡੀ ਹੋਂਦ ਦੀ ਲੜਾਈ ਲੜੀ ਜਾ ਰਹੀ ਆ, ਸਾਡੀ ਜ਼ਮੀਨਾਂ ਦੀ, ਸਾਡੀਆਂ ਨਸਲਾਂ ਦੀ, ਸਾਡੀਆਂ ਫਸਲਾਂ ਦੀ ਲੜਾਈ ਲੜੀ ਜਾ ਰਹੀ ਆ, ਤੂੰ ਇਹ ਦੱਸ ਕਿ ਤਾਂ ਕਿਸਾਨੀ ਸੰਘਰਸ਼ ਦੇ ਵਿੱਚ ਕੀ ਯੋਗਦਾਨ ਆ ਤੇਰਾ, ਤੈਨੂੰ ਜਿਸ ਕਰਕੇ ਅਸੀਂ ਵੋਟ ਪਾਈਏ। ਸਾਡੇ ਲੋਕਾਂ ਨੂੰ ਵੀ ਅਵੇਅਰ ਹੋਣਾ ਪੈਣਾ, ਠੀਕ ਆ ਜੀ। ਬਾਕੀ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ, ਠੀਕ ਆ ਜੀ, ਚਿੱਟਾ ਸ਼ਰੇਆਮ ਵਿਕ ਰਿਹਾ। ਜਿੱਥੇ ਬਾਦਲ ਸਾਹਿਬ ਨੇ ਇੱਕ ਇੱਕ ਦੋ ਦੋ ਡੀਲਰ ਸੀਗੇ, ਅੱਜ ਹਰ ਪਿੰਡ ਦੇ ਵਿੱਚ 4-4 ਡੀਲਰ ਨੇ ਕੈਪਟਨ ਸਾਹਿਬ ਦੇ। ਸ਼ਰਾਬ ਮਾਫੀਆ ਚੱਲ ਰਿਹਾ। ਸਮਰਾਲੇ ਦੇ ਵਿੱਚੋਂ ਸਾਡਾ ਸਤਲੁਜ ਦਰਿਆ ਏ ਸਾਰਾ ਪੱਟ ਕੇ ਖਾ ਗਏ, ਕਿਹਦੀ ਸ਼ਹਿ ਤੇ ਚੱਲ ਰਿਹਾ? ਐਸਐਚਓ ਸਾਹਿਬ ਨੇ ਸਾਡੇ, ਜੇ ਇੱਥੇ ਉਹਨਾਂ ਨੂੰ ਕੋਈ ਨਸ਼ੇ ਵਾਲੇ ਫੜ ਵੀ ਲੈਂਦੇ ਨੇ ਤਾਂ ਸ਼ਾਮ ਨੂੰ ਉਹ ਪੈਸੇ ਪੂਸੇ ਲੈ ਲੂ ਕੇ ਹੇਠ ਉੱਤਾ ਕਰਕੇ ਛੱਡ ਦਿੰਦੇ ਨੇ। ਜਾਵਾਂਗੇ ਕਿੱਥੇ ਅਸੀਂ? ਇਹ ਚੀਜ਼ ਨੂੰ ਸਾਨੂੰ ਸਮਝਣਾ ਪੈਣਾ ਜੀ। ਸੇਖੋ ਸਾਹਿਬ, ਤੁਸੀਂ ਸਮਰਾਲੇ ਦੀ ਵੀ ਮੈਂ ਗੱਲ ਕਰੂੰਗਾ। ਹੁਣ ਸਮਰਾਲੇ ਦੀ ਤੁਸੀਂ ਗੱਲ ਕੀਤੀ ਹੈ, ਚੋਣਾਂ ਦੀ ਵੀ ਆਪਾਂ ਗੱਲ ਕੀਤੀ ਹੈ। ਸਮਰਾਲੇ ਦੇ ਵਿੱਚ ਵੀ ਇਹ ਜਿਹੜਾ ਸਿਆਸੀ ਥੋੜ੍ਹਾ ਜਿਹਾ ਖਲਲ ਪੈਦਾ ਹੋਇਆ ਕਿਉਂਕਿ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਅਕਾਲੀ ਦਲ ਵੱਲੋਂ ਲਾ ਦਿੱਤੇ ਜਾਂਦੇ ਨੇ, ਅਤੇ ਟਕਸਾਲੀ ਆਗੂ ਜਗਜੀਵਨ ਸਿੰਘ ਖੀਰਨੀਆ ਅਤੇ ਬਲਜਿੰਦਰ ਸਿੰਘ ਬਬਲੂ ਲੋਪੋਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਵੀ ਕੱਲ੍ਹ ਦੇ ਮੁੰਡੇ ਨੂੰ ਜਿਹੜੇ ਫਲਾਣੇ ਵੱਖ-ਵੱਖ ਪਾਰਟੀਆਂ ਬਦਲ ਕੇ ਆਏ ਅਤੇ ਅੱਜ ਸਾਡੇ ਸਿਰ 'ਤੇ ਲਿਆ ਕੇ ਬਿਠਾ ਦਿੱਤਾ। ਇਹ ਸਿਆਸੀ ਬਦਲ ਨੂੰ ਕਿਵੇਂ ਦੇਖਦੇ ਹੋ ਸਮਰਾਲੇ ਦੇ ਵਿੱਚ? ਦੇਖੋ ਜੀ, ਅਕਾਲੀ ਦਲ ਬਾਦਲ ਆ ਜਿਹੜਾ, ਜਿਹਦਾ ਹੱਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਆ ਉਹਦੇ ਨਾਲ ਰੰਗੇ ਹੋਏ ਨੇ, ਜਿਨ੍ਹਾਂ ਨੇ ਸਰਸਾ ਸਾਧ ਨੂੰ ਮਾਫੀ ਦਿੱਤੀ ਆ, ਸੌਦੇ ਵਾਲੇ ਨੂੰ, ਅਤੇ ਬਾਈਬਲ ਕਲਾਂ ਦੇ ਵਿੱਚ ਗੋਲੀਆਂ ਚਲਵਾ ਕੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰਵਾਇਆ। ਬਿਕਰਮਜੀਤ ਸਿੰਘ ਮਜੀਠੀਏ ਨੇ 10 ਸਾਲ ਚਿੱਟੇ ਦਾ 6ਵਾਂ ਦਰਿਆ ਜਿਹੜਾ ਇੱਥੇ ਪੰਜਾਬ ਦੇ ਵਿੱਚ ਚਲਾਇਆ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਿਰ ਬਖਸ਼ਦੇ ਨਹੀਂ ਨਾ ਹੁੰਦੇ। ਇਹਨਾਂ ਨੇ ਖਿੱਲਰਨਾ ਹੀ ਖਿੱਲਰਨਾ ਸੀਗਾ। ਸੋ ਹੁਣ ਇਹਨਾਂ ਦਾ ਕਲੇਸ਼ ਆ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਆਪਸ ਵਿੱਚ। ਇਹ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਬਾਦਲ ਦਾ ਤਾਂ ਨਾਮੋ ਨਿਸ਼ਾਨ ਨਹੀਂ ਰਹਿਣਾ। ਇਹ ਅਕਾਲੀ ਦਲ ਉਹ ਨਹੀਂ ਗਾ ਜਿਹੜਾ 1920 ਦੇ ਵਿੱਚ ਬਣਿਆ ਸੀ, ਸਾਡੇ ਲੋਕਾਂ ਨੂੰ ਭੁਲੇਖਾ। ਇਹ ਤਾਂ ਅਕਾਲੀ ਦਲ ਬਾਦਲ ਦਾ ਆਪਣਾ ਅਕਾਲੀ ਦਲ ਆ, ਉਹਦਾ ਪਰਿਵਾਰਕ ਇੱਕ ਕੰਪਨੀ ਆ, ਠੀਕ ਆ ਜੀ। ਲੁੱਟ ਦੀ ਜਿਹੜੀ ਪੰਜਾਬ ਦੇ ਵਿੱਚ ਲੋਕਾਂ ਨੂੰ ਲੁੱਟਣ ਲਈ ਬਣਾਈ ਗਈ ਆ। ਬਹੁਤ ਚੰਗੀ ਗੱਲ ਆ ਕਿ ਜੋ ਇਹਨਾਂ ਦਾ ਕਲੇਸ਼ ਆ ਉਹ ਜਦੋਂ ਵਧੂਗਾ ਤਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਨੇ, ਜਿਹੜੀਆਂ ਸੱਚਾਈ ਦੀਆਂ ਗੱਲਾਂ ਨੇ, ਉਹ ਨਿਕਲ ਕੇ ਸਾਹਮਣੇ ਆਉਣਗੀਆਂ, ਲੋਕਾਂ ਦੇ ਸਾਹਮਣੇ ਆਉਣਗੀਆਂ। ਸੋ ਇਹ ਸਮਰਾਲੇ ਦੇ ਵਿੱਚ ਜੋ ਹੋ ਰਿਹਾ, ਅਤੇ ਇਹਦੇ ਵਿੱਚ ਅਕਾਲੀ ਦਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗ੍ਰਾਫ ਆ ਬਿਲਕੁਲ ਜ਼ੀਰੋ ਹੋ ਜਾਣਾ। ਤੁਸੀਂ ਦੇਖਿਓ 2022 ਦੇ ਵਿੱਚ ਇਹਦਾ ਜਿਹੜਾ ਗ੍ਰਾਫ ਆ ਜ਼ੀਰੋ ਹੋ ਜਾਣਾ। ਇਹ ਕਿਉਂ ਹੋ ਰਿਹਾ? ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਆ ਬਾਦਲ ਪਰਿਵਾਰ ਨੇ ਕਰਾਈ ਆ। ਇਹਨਾਂ ਦਾ, ਜਿਵੇਂ ਬਾਦਲ ਸਾਹਿਬ ਨੇ, ਸੁਖਬੀਰ ਬਾਦਲ ਆਪ ਵੀ ਆਪਣੇ ਬਿਆਨਾਂ 'ਚ ਕਹਿੰਦੇ ਨੇ ਕਿ ਜਿਹਨੇ, ਹਰਸਿਮਰਤ ਕੌਰ ਬਾਦਲ ਵੀ ਕਹਿੰਦੀ ਆ ਕਿ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕਰਾਈ ਆ ਉਹਨਾਂ ਦਾ ਕੱਖ ਨਾ ਰਹੇ, ਤਾਂ ਇਹਨਾਂ ਦਾ ਕੱਖ ਰਹਿਣਾ ਨਹੀਂ ਗਾ। ਇਹ ਤੁਸੀਂ ਦੇਖ ਲਿਓ ਆਉਣ ਵਾਲੇ ਸਮੇਂ ਦੇ ਵਿੱਚ। ਸੇਖੋ ਸਾਹਿਬ, ਸੱਚਾ ਆਪਣੇ ਬਲਾਤਕਾਰੀ ਜਿਹੜੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ 2 ਦਿਨ ਦੀ ਪੈਰੋਲ ਦੇ ਦਿੱਤੀ ਜਾਂਦੀ ਹੈ, ਅਤੇ ਉਹਨਾਂ ਦੇ ਇੱਕ ਪ੍ਰਸ਼ੰਸਕ ਵੱਲੋਂ, ਸ਼ੁਭ ਚਿੰਤਕ ਵੱਲੋਂ ਗੁਰਮੇਲ ਸਿੰਘ ਹੁਣਾਂ ਵਰਗਿਆਂ ਤੋਂ ਖਾਲਸਾਈ ਆਪਣਾ ਰੂਪ ਕਰਕੇ, ਕਿਉਂਕਿ ਉਹ ਗ੍ਰੰਥੀ ਵੀ ਨੇ ਗੁਰੂ ਘਰ ਦੇ, ਸਰਪੰਚ ਵੀ ਨੇ ਪਿੰਡ ਦੇ, ਅਤੇ ਬੜੀ ਵਿਵਾਦਤ ਅਰਦਾਸ ਵੀ ਜਿਹੜੀ ਆ ਉਹ ਕੀਤੀ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਸ ਦੇ ਪਿੱਛੇ ਸਿਆਸਤ ਖੇਡੀ ਜਾ ਰਹੀ? ਦੇਖੋ, ਤੁਸੀਂ ਇੱਕ ਗੱਲ ਇਹ ਸਮਝਣੀ ਪੈਣੀ ਆ ਸਾਨੂੰ। ਇਹ ਸਾਰਾ ਜਿਹੜਾ ਕੁਛ ਕੀਤਾ ਜਾ ਰਿਹਾ, ਇਹ ਸਾਡੇ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ ਦਿੱਲੀ ਨੂੰ, ਉਹਨੂੰ ਖਰਾਬ ਕਰਨ ਲਈ ਕੀਤਾ ਜਾ ਰਿਹਾ। ਹੁਣ ਮੋਦੀ ਨੇ ਪਹਿਲਾਂ ਸਾਨੂੰ ਕਿਹਾ ਵੀ ਇਹਨਾਂ ਨੂੰ ਪਾਕਿਸਤਾਨ ਤੋਂ ਫੰਡਿੰਗ ਆਉਂਦੀ ਆ, ਫਿਰ ਚਾਈਨਾ ਤੋਂ ਕਿਹਾ, ਫਿਰ ਰਾਤਾਂ ਨੂੰ ਉੱਥੇ ਕੁੜੀਆਂ ਛੱਡੀਆਂ। ਤੁਸੀਂ ਵੀ ਇੱਕ ਲੰਬਾ ਸਮਾਂ ਅੰਦੋਲਨ ਦੇ ਨਾਲ ਉੱਥੇ ਦਿੱਲੀ ਦੇ ਵਿੱਚ ਤੁਸੀਂ ਵੀ ਰਹੇ ਹੋ। ਰਾਤਾਂ ਨੂੰ ਕੁੜੀਆਂ ਛੱਡੀਆਂ ਗਈਆਂ ਵੀ ਕੁੜੀਆਂ ਛੱਡ ਕੇ ਇਹਨਾਂ ਦੇ ਮੁੰਡਿਆਂ ਦੀਆਂ ਵੀਡੀਓ ਬਣਾਵਾਂਗੇ, ਅਸੀਂ ਇਹਨਾਂ ਨੂੰ ਭੰਡਾਂਗੇ ਵੀ ਦੇਖੋ ਆਹ ਕੁਛ ਚੱਲ ਰਿਹਾ। ਸੋ ਸਾਰੀਆਂ ਜਿਹੜੀਆਂ 26 ਵਾਲੀ ਘਟਨਾ ਹੋਈ ਉਹਨੂੰ ਇਹਨਾਂ ਨੇ ਇਸ਼ੂ ਬਣਾਇਆ, ਉਹ ਸਾਰੀਆਂ ਗੱਲਾਂ ਫੇਲ ਹੋ ਗਈਆਂ। ਹੁਣ ਕੀ ਹੋ ਰਿਹਾ? ਇੱਕ ਪਾਸੇ ਰਾਮ ਰਹੀਮ ਨੂੰ ਪਰੋਲ ਦਿੱਤੀ ਜਾ ਰਹੀ ਆ, ਬਾਲ ਕੱਢਿਆ ਜਾ ਰਿਹਾ, ਅਤੇ ਨਾਲ ਹੀ ਗ੍ਰੰਥੀ ਮੋਦੀ ਤੇ ਰਾਮ ਰਹੀਮ ਦੀ ਬਲਾਤਕਾਰੀ ਸਾਧ ਦੀ ਅਰਦਾਸ ਕਰਦਾ, ਅਤੇ ਉਹਦੇ ਵਿੱਚ ਕੀ ਕਹਿੰਦਾ ਕਿ ਜਿਹੜਾ CM ਦਾ ਚਿਹਰਾ ਉਹ ਸਾਡਾ ਦਲਿਤ ਭਾਈਚਾਰੇ ਦੇ ਵਿੱਚੋਂ ਹੋਏਗਾ, ਅਸੀਂ ਉਹਦਾ ਧੰਨਵਾਦ ਕਰਦੇ ਹਾਂ, ਚੜ੍ਹਦੀ ਕਲਾ। ਇਹ ਚੀਜ਼ ਨੂੰ ਆਪਾਂ ਨੂੰ ਜੋੜ ਕੇ ਦੇਖਣਾ ਪੈਣਾ। ਸੋ ਇਹ ਜਿਹੜਾ ਪਿੜ ਬੰਨਿਆ ਜਾ ਰਿਹਾ, ਇਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਦਲਿਤਾਂ ਤੇ ਦੂਜੀਆਂ ਜਿਹੜੀਆਂ ਧੜੇਬੰਦੀਆਂ ਨੇ ਉਹਨਾਂ ਵਿੱਚ ਦੰਗੇ ਕਰਾ ਕੇ ਕਿਸਾਨੀ ਸੰਘਰਸ਼ ਨੂੰ ਖਰਾਬ ਕਰਨ ਦੇ ਲਈ ਇੱਕ ਬਹੁਤ ਵੱਡੀ ਚਾਲ ਆ RSS ਦੀ। ਹੁਣ ਮੈਂ ਤੁਹਾਡੇ ਚੈਨਲ ਦੇ ਥਰੂ ਪੁੱਛਣਾ ਚਾਹੁੰਦਾ, ਸਾਡੇ ਦਲਿਤ ਭਰਾ ਨੇ ਜਿਹੜੇ, ਵੈਸੇ ਤਾਂ ਸਾਨੂੰ ਜਾਤ ਪਾਤ ਦੇ ਵਿੱਚ ਅਸੀਂ ਵਿਸ਼ਵਾਸ ਨਹੀਂ ਰੱਖਦੇ ਕਿਉਂਕਿ ਅਸੀਂ ਸਾਰੇ ਰੱਬ ਦੇ ਜੀ ਹਾਂ। ਸੋ ਭਗਤ ਰਵਿਦਾਸ ਜੀ ਹੋਏ, ਉਹਨਾਂ ਦਾ ਮੰਦਿਰ ਆ ਜਿਹੜਾ ਦਿੱਲੀ ਦੇ ਵਿੱਚ ਢਾਇਆ ਗਿਆ, ਮੋਦੀ ਸਰਕਾਰ ਨੇ ਢਾਇਆ, ਤੁਹਾਨੂੰ ਵੀ ਪਤਾ।
ਅਦਿੱਤਿਆ ਜੋਗੀ ਮੁੱਖ ਮੰਤਰੀ ਆ ਯੂਪੀ ਦਾ, ਉੱਥੇ ਸਾਡੀ ਦਲਿਤ ਧੀ ਦੇ ਨਾਲ ਬਲਾਤਕਾਰ ਹੁੰਦਾ, ਰਾਤ ਨੂੰ 2 ਵਜੇ ਦਾ ਸੰਸਕਾਰ ਹੁੰਦਾ ਤੇ ਉਹ ਕਿਹਦੇ ਰਾਜ ਦੇ ਵਿੱਚ ਹੋਇਆ? ਬੀਜੇਪੀ ਦੇ ਵਿੱਚ। ਸਭ ਤੋਂ ਵੱਡੀ ਗੱਲ, ਡਾਕਟਰ ਅੰਬੇਦਕਰ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਜਿਹਦੇ ਵਿੱਚ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ, ਦਲਿਤਾਂ ਦੀ ਗੱਲ ਕੀਤੀ। ਅੱਜ ਉਹ ਸੰਵਿਧਾਨ ਨੂੰ ਬਦਲ ਕੇ ਉੱਥੇ ਮੰਨੀ ਸਮ੍ਰਿਤੀ ਲਾਗੂ ਕਰਨ ਲਈ ਆਰਐਸਐਸ ਪੱਬਾਂ ਭਾਰ ਹੋਈ ਆ। ਕਿਹੜੇ ਦਲਿਤਾਂ ਦੀ ਗੱਲ ਕਰਦੇ ਨੇ? ਇਹ ਤਾਂ ਸਭ ਤੋਂ ਵੱਡੀ ਜਿਹੜੀ ਦਲਿਤਾਂ ਦੀ ਦੁਸ਼ਮਣ ਆ ਪਾਰਟੀ ਬੀਜੇਪੀ। ਸਾਡੇ ਪੰਜਾਬ ਦੇ ਜਿਹੜੇ ਦਲਿਤ ਵੀਰ ਨੇ ਉਹਨਾਂ ਨੂੰ ਇਹਨਾਂ ਦੀਆਂ ਕੋਝੀਆਂ ਚਾਲਾਂ ਤੋਂ ਸਮਝਣਾ ਪੈਣਾ ਤੇ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ, ਜੀ ਤੁਹਾਨੂੰ ਦਲਿਤਾਂ ਨਾਲ ਇੰਨਾ ਪਿਆਰਾ ਸਾਡਾ ਮੰਦਿਰ ਕਿਉਂ ਢਾਇਆ ਭਗਤ ਰਵਿਦਾਸ ਜੀ ਦਾ? ਤੇ ਮੰਦਿਰ ਢਾਇਆ, ਉਹ ਤੋਂ ਬਾਅਦ 'ਚ ਸਾਡੇ ਰਾਸ਼ਟਰਪਤੀ ਨੇ ਉਹਨਾਂ ਨੂੰ ਇਹ ਸ਼ੂਦਰ ਮੰਨਦੇ ਨੇ, ਉਹਨਾਂ ਨੂੰ ਨਾ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ। ਉੱਥੇ ਮੋਦੀ ਨੇ ਪੂਜਨ ਕੀਤਾ, ਉੱਥੇ ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਸੱਦਿਆ ਨਹੀਂ ਗਿਆ ਕਿਉਂਕਿ ਉਹਨਾਂ ਨੂੰ ਨੀਵੀਂ ਜਾਤ ਦਾ ਸਮਝਿਆ, ਕਿਉਂਕਿ ਸ਼ੂਦਰ ਆ ਉਹਨੂੰ। ਸਾਨੂੰ ਇਹ ਜਿਹੜੀ ਚੀਜ਼ਾਂ ਨੇ, ਇਹਨਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਸੋਚਣਾ ਪੈਣਾ, ਸਾਡੇ ਦਲਿਤ ਭਾਈਚਾਰੇ ਨੂੰ ਵੀ ਸੋਚਣਾ ਪੈਣਾ ਕਿ ਇਹ ਤੁਹਾਡੇ ਉੱਤੇ ਇੱਕ ਬਹੁਤ ਵੱਡੀ ਗੇਮ ਖੇਡੀ ਜਾ ਰਹੀ ਆ। ਇੱਕ ਸੌਦਾ ਸਾਧ ਤੇ ਇੱਕ ਦਲਿਤ ਜਿਹੜਾ ਚਿਹਰਾ ਮੁੱਖ ਮੰਤਰੀ ਦਾ ਬੀਜੇਪੀ, ਦੋ ਹੀ ਚੀਜ਼ਾਂ ਰੱਖ ਕੇ ਦਲਿਤਾਂ ਤੇ ਇੱਕ ਗੇਮ ਖੇਡਣ ਨੂੰ ਫਿਰਦੇ ਨੇ ਕਿ ਇੱਥੇ ਅਸੀਂ ਦੰਗੇ ਕਰਾ ਦਈਏ ਪੰਜਾਬ ਦੇ ਵਿੱਚ। ਪਰ ਸਾਡੇ ਜਿਹੜੇ ਦਲਿਤ ਭਾਈਚਾਰਾ ਪਾਸੇ ਅਸੀਂ ਜਾਤ ਪਾਤ ਮੰਨਦੇ ਨਹੀਂ, ਸਾਰੇ ਅਸੀਂ ਬੜੇ ਪਿਆਰ ਨਾਲ ਰਹਿੰਦੇ ਹਾਂ, ਬੜੇ ਸੂਝਵਾਨ ਸਮਝੇ ਹੋਏ ਲੋਕ ਨੇ ਕਿਉਂਕਿ ਉਹ ਪੜ੍ਹੇ ਲਿਖੇ ਨੌਜਵਾਨ ਨੇ। ਅੱਜ ਉਹਨਾਂ ਦੇ ਵਿੱਚ ਉਹਨਾਂ ਨੂੰ ਪਤਾ ਵੀ ਡਾਕਟਰ ਅੰਬੇਦਕਰ ਸਾਹਿਬ ਨੇ ਜਿਹੜਾ ਸੰਵਿਧਾਨ ਲਿਖਿਆ, ਕਿਵੇਂ ਇਹ ਮੋਦੀ ਤੇ ਆਰਐਸਐਸ ਉਹਨੂੰ ਸੰਵਿਧਾਨ ਨੂੰ ਬਦਲਣ ਦੇ ਵਿੱਚ ਲੱਗੇ ਹੋਏ ਨੇ। ਇਹ ਦਲਿਤ ਭਾਈਚਾਰਾ ਸਭ ਜਾਣਦਾ। ਸੋ ਇਹ ਜਿਹੜਾ ਉਹਨਾਂ ਦਾ ਦਾਅ ਇੱਥੇ ਪੰਜਾਬ ਦੇ ਵਿੱਚ ਨਹੀਂ ਚੱਲੇਗਾ। ਸੇਖੋ ਸਾਹਿਬ, ਮੈਂ ਤੁਹਾਡੀ ਰਾਏ ਲੈਣਾ ਚਾਹੂੰਗਾ। ਜਿਹੜੀ ਮਮਤਾ ਬੈਨਰਜੀ ਜਿੱਤਦੇ ਨੇ ਬੰਗਾਲ ਦੇ ਵਿੱਚ, ਸਾਡੇ ਲੋਕਾਂ ਵੱਲੋਂ ਬੜਾ ਮਤਲਬ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ, ਕਹਿੰਦੇ ਜੀ ਬਹੁਤ ਸਾਡੀ ਜਿੱਤ ਹੋਈ ਹੈ, ਅਸੀਂ ਕੋਈ ਅਚੀਵਮੈਂਟ ਕਰ ਲਈ ਹੈ। ਇਸ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ? ਦੇਖੋ, ਮਮਤਾ ਬੈਨਰਜੀ ਦਾ ਜਿੱਤਣਾ ਸਾਨੂੰ ਸਾਰਿਆਂ ਨੂੰ ਖੁਸ਼ੀ ਹੋਈ ਆ, ਬੜੀ ਵਧੀਆ ਗੱਲ ਹੋਈ ਆ ਕਿ ਮਮਤਾ ਬੈਨਰਜੀ ਜਿੱਤ ਚੁੱਕੇ ਨੇ। ਪਰ ਇੱਕ ਚੀਜ਼ ਸਾਨੂੰ ਇਹ ਚੀਜ਼ ਵੀ ਸੋਚਣੀ ਪੈਣੀ ਆ, ਦੂਜੇ ਪਾਸੇ ਦਾ ਦੂਜਾ ਜਿਹੜਾ ਪਹਿਲੂ ਆ ਉਹਨੂੰ ਦੇਖਣਾ ਪੈਣਾ ਕਿ ਪਹਿਲਾਂ ਅਸੀਂ ਇਹ ਗੱਲ ਕਹਿੰਦੇ ਸੀਗੇ ਕਿ ਈਵੀਐਮ ਦੇ ਵਿੱਚ ਗੜਬੜੀ ਹੁੰਦੀ ਆ, ਈਵੀਐਮ ਦੇ ਵਿੱਚ ਗੜਬੜੀ ਹੁੰਦੀ ਆ। ਉਹ ਚੀਜ਼ ਨੂੰ ਧੋਣ ਦੇ ਲਈ ਇਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ, ਈਵੀਐਮ ਦੇ ਵਿੱਚ ਗੜਬੜੀ ਨਹੀਂ ਕਰਵਾਈ, ਉਹ ਉੱਦਾਂ ਹੀ ਰਹਿਣ ਦਿੱਤੀ ਆ, ਜਿਹਦੇ ਵਿੱਚ ਮਮਤਾ ਬੈਨਰਜੀ ਜਿੱਤੇ ਤੇ ਇਹਨਾਂ ਨੇ ਦੁਨੀਆ ਦੇ ਵਿੱਚ ਇਹ ਗੱਲ ਸਾਬਤ ਕੀਤੀ ਕਿ ਈਵੀਐਮ ਦੇ ਵਿੱਚ ਕੋਈ ਛੇੜਛਾੜ ਨਹੀਂ ਹੁੰਦੀ। ਹੁਣ ਰਾਜਾਂ ਦੇ ਕੋਲ ਅਧਿਕਾਰ ਕਿਹੜੇ ਨੇ? ਪੰਜਾਬ ਦਾ ਮੁੱਖ ਮੰਤਰੀ ਤੁਸੀਂ ਬਣ ਜਾਓ, ਮੈਂ ਬਣ ਜਾਵਾਂ ਜਾਂ ਕੋਈ ਹੋਰ ਬਣ ਜਾਵੇ, ਸਾਡੇ ਕੋਲ ਅਧਿਕਾਰ ਕੀ ਆ? ਨਾ ਤਾਂ ਅਸੀਂ ਕੋਈ ਕਾਨੂੰਨ ਬਣਾ ਸਕਦੇ ਹਾਂ, ਨਾ ਅਸੀਂ ਉੱਤੇ ਆਪਣੇ ਸਟੇਟ ਲਈ ਕੁਝ ਕਰ ਸਕਦੇ ਹਾਂ। ਸੋ ਜਿਹੜੀ ਈਵੀਐਮ ਦੀ ਗੜਬੜੀ ਹੁੰਦੀ ਆ, ਉਹ ਸਿਰਫ ਜਿਹੜੀਆਂ ਸਾਡੀਆਂ ਐਮਪੀ ਦੀਆਂ ਚੋਣਾਂ ਨੇ, ਪ੍ਰਧਾਨ ਮੰਤਰੀ ਦੀਆਂ ਚੋਣਾਂ ਨੇ, ਉਹਨਾਂ ਦੇ ਵਿੱਚ ਹੁੰਦੀ ਆ। ਇਹ ਆਰਐਸਐਸ ਚਾਹੁੰਦੀ ਆ ਕਿ ਸਟੇਟਾਂ ਦੇ ਵਿੱਚ ਚਾਹੇ ਮੁੱਖ ਮੰਤਰੀ ਜਿਹੜੇ ਮਰਜ਼ੀ ਰਹਿਣ, ਚਾਹੇ ਕਾਂਗਰਸ ਦੇ ਰਹਿਣ, ਚਾਹੇ ਅਕਾਲੀ ਦਲ ਬਾਦਲ ਦੇ ਰਹਿਣ ਜਾਂ ਹੋਰ ਪਾਰਟੀਆਂ ਦੇ ਰਹਿਣ, ਪਰ ਜਿਹੜੀ ਸੈਂਟਰ ਆ, ਜਿੱਥੋਂ ਮੇਨ ਜਿਹੜਾ ਮਤਲਬ ਤਾਕਤ ਆ ਜਿਹੜੀ ਸੈਂਟਰ ਨੇ ਚਲਾਉਣੀ ਆ, ਉਹ ਆਰਐਸਐਸ ਦੇ ਹੱਥ ਦੇ ਵਿੱਚ ਰਹੇ। ਇਸ ਕਰਕੇ ਜਿਹੜੀ ਈਵੀਐਮ ਦੇ ਵਿੱਚ ਛੇੜਛਾੜ ਆ, ਉਹ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਨੇ, ਐਮਪੀ ਦੀਆਂ ਨੇ ਜਿਹੜੀਆਂ ਇਲੈਕਸ਼ਨਾਂ ਨੇ, ਉਹਨਾਂ ਦੇ ਵਿੱਚ ਕੀਤੀ ਜਾਂਦੀ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੇਖਿਓ ਤੁਸੀਂ। ਸੋ ਰਾਜਾਂ ਕੋਲ ਅਧਿਕਾਰ ਨਹੀਂ ਹੈਗੇ, ਰਾਜਾਂ ਦੇ ਵਿੱਚ ਜਿਹੜੇ ਮਰਜ਼ੀ ਮੁੱਖ ਮੰਤਰੀ ਬਣੀ ਜਾਣ, ਪਰ ਸੈਂਟਰ ਆਪਣੇ ਹੱਥ ਦੇ ਵਿੱਚ ਰੱਖਣੀ ਚਾਹੁੰਦੀ ਆ। ਸੋ ਸਾਨੂੰ ਬਾਹਲੀ ਇਹ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਇਹ ਤਾਂ ਇੱਕ ਉਹਨਾਂ ਨੇ ਪੋਚਾ ਫੇਰਿਆ ਕਿ ਯਾਰ ਤੁਸੀਂ ਤਾਂ ਕਹਿੰਦੇ ਸੀਗੇ ਵੀ ਈਵੀਐਮ ਮਸ਼ੀਨਾਂ ਦੇ ਵਿੱਚ ਪ੍ਰੋਬਲਮ ਆ, ਵੀ ਲਓ ਜੀ ਇੱਥੇ ਤਾਂ ਮਮਤਾ ਬੈਨਰਜੀ ਜਿੱਤ ਗਈ ਆ, ਹੁਣ ਕਿੱਥੇ ਗਈਆਂ ਈਵੀਐਮ? ਸੋ ਇਹ ਚੀਜ਼ ਨੂੰ ਸਾਨੂੰ ਸਮਝਣਾ ਪੈਣਾ। ਇਹ ਵੀ ਆਰਐਸਐਸ ਤੇ ਬੀਜੇਪੀ ਬੜੀ ਸ਼ਾਤਰ ਆ, ਇਹਦੇ ਵਿੱਚ ਆਈਪੀਐਸ ਆਫੀਸਰ, ਵੱਡੇ ਵਕੀਲ, ਬਹੁਤ ਸ਼ਾਤਰ ਦਿਮਾਗ ਬੈਠੇ ਨੇ ਜਿਹੜੇ ਆਰਐਸਐਸ ਦਾ ਹਿੰਦੂ ਰਾਸ਼ਟਰ ਦਾ ਏਜੰਡਾ ਲਾਗੂ ਕਰਨ ਦੇ ਲਈ ਹੌਲੀ ਅੱਗੇ ਵਧ ਰਹੇ ਨੇ। ਸੋ ਮਮਤਾ ਬੈਨਰਜੀ ਦੀ ਜਿੱਤ ਨੂੰ ਮੈਂ ਤਾਂ ਇਸ ਤਰ੍ਹਾਂ ਦੇਖਦਾ ਕਿ ਇਹਨਾਂ ਨੇ ਸਿਰਫ ਇੱਕ ਈਵੀਐਮ ਦਾ ਜਿਹੜਾ ਲੱਗਿਆ ਹੋਇਆ ਸੀਗਾ, ਦੋਸ਼ ਲੱਗੇ ਹੋਏ ਸੀਗੇ ਵੀ ਗੜਬੜੀ ਹੁੰਦੀ, ਉਹਨੂੰ ਧੋਣ ਦੇ ਲਈ ਇਹਨਾਂ ਨੇ ਉੱਥੇ ਹਾਰੇ ਨੇ। ਸੇਖੋ ਸਾਹਿਬ, ਤੁਸੀਂ ਵੀ ਨੌਜਵਾਨ ਆਗੂ, ਕਿਸਾਨੀ ਦੇ ਨਾਲ ਜੁੜੇ ਹੋਏ ਹੋ, ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਕਿਵੇਂ ਦੇਖਦੇ ਹੋ? ਦੇਖੋ, ਅਸੀਂ ਹਰ ਇੱਕ ਉਸ ਨੌਜਵਾਨ ਦਾ ਸਮਰਥਨ ਕਰਦੇ ਹਾਂ ਜਿਹੜਾ ਇਸ ਪੰਜਾਬ ਦੇ ਲਈ ਅੱਗੇ ਹੋ ਕੇ ਚੱਲਦਾ, ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ। ਲੱਖਾ ਉਹਨੇ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਅਤਿਆਚਾਰ ਹੋਇਆ ਕਿਸੇ ਤੇ, ਉਹ ਜਾ ਕੇ ਵੀਰ ਖੜਿਆ, ਕਈਆਂ ਭੈਣਾਂ ਦੇ ਘਰ ਵਸਾਏ ਨੇ ਲੱਖੇ ਸਿਧਾਣੇ ਨੇ, ਤੇ ਉਹਦਾ ਬਹੁਤ ਵੱਡਾ ਇੱਕ ਯੋਗਦਾਨ ਆ ਪੰਜਾਬ ਦੇ ਵਿੱਚ ਸਾਰਾ ਕੁਝ। ਉਸੇ ਤਰ੍ਹਾਂ ਦੀਪ ਸਿੱਧੂ ਆ, ਚਲੋ ਉਹ ਕਿਸਾਨੀ ਸੰਘਰਸ਼ ਦੇ ਵਿੱਚ ਆਏ ਨੇ, ਕਿਸਾਨੀ ਸੰਘਰਸ਼ ਆ ਕੇ ਉਹਨਾਂ ਨੇ ਸ਼ੰਭੂ ਵੀ ਮੋਰਚਾ ਲਾਇਆ। ਉਸ ਤੋਂ ਬਾਅਦ ਦਿੱਲੀ ਵਾਲੀ ਘਟਨਾ ਹੁੰਦੀ ਆ ਤੇ ਲਾਮਬੰਦੀ ਕਰਕੇ ਨੌਜਵਾਨਾਂ ਨਾਲ ਦਿੱਲੀ ਵੀ ਗਏ ਨੇ ਤੇ ਉਹਨਾਂ ਤੇ ਪਰਚਾ ਹੋਇਆ ਤੇ ਹੁਣ ਜ਼ਮਾਨਤ ਤੇ ਆਏ ਨੇ। ਸੋ ਅਸੀਂ ਉਹਨਾਂ ਨੂੰ ਅਪੀਲ ਕਰ ਸਕਦੇ ਹਾਂ ਵੀ ਤੁਸੀਂ ਇਕੱਠੇ ਹੋਵੋ, ਕਿਉਂਕਿ ਜੇ ਆਪਾਂ ਧੜਿਆਂ ਦੇ ਵਿੱਚ ਵੰਡੇ ਰਹੇ ਤਾਂ ਸਾਡਾ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਬਹੁਤ ਦਰਦਨਾਕ ਤੇ ਖਤਰਨਾਕ ਹੋਊਗਾ। ਸੋ ਅਸੀਂ ਤਾਂ ਹਰ ਇੱਕ ਉਸ ਨੌਜਵਾਨ ਦੀ ਸਪੋਰਟ ਕਰਾਂਗੇ ਜਿਹੜਾ ਇਹ ਸੋਚ ਲੈ ਕੇ ਚੱਲੂਗਾ ਕਿ ਅਸੀਂ ਪੰਜਾਬ ਦੀ
ਹੋਂਦ ਦੀ ਲੜਾਈ ਲੜਨੀ ਆ, ਪੰਜਾਬ ਦੇ ਹੱਕਾਂ ਦੀ ਲੜਾਈ ਲੜਨੀ ਆ, ਜਾਂ ਪੰਜਾਬ ਦੇ ਵਾਧੇ ਅਧਿਕਾਰਾਂ ਦੀ ਗੱਲ ਕਰਨੀ ਆ, ਜਾਂ ਜੋ ਵੀ ਗੱਲ ਕਰੇਗਾ, ਚਾਹੇ ਉਹ ਲੱਖਾ ਸਿਧਾਣਾ, ਚਾਹੇ ਸਾਡਾ ਹੋਰ ਕੋਈ ਵੀਰ ਆ, ਅਸੀਂ ਉਹਦੀ ਸਪੋਰਟ ਕਰਾਂਗੇ। ਸੇਖੋ ਸਾਹਿਬ, ਅੱਜ ਦਾ 26 ਤਰੀਕ ਦਾ ਕੋਈ ਹੋਰ ਪ੍ਰੋਗਰਾਮ ਉਲੀਕਿਆ ਗਿਆ ਤੁਹਾਡੇ ਵੱਲੋਂ, ਕਿਸਾਨਾਂ ਵੱਲੋਂ, ਜਾਂ ਤੁਹਾਡੇ ਜਿਹੜੇ ਜਥੇਬੰਦੀ ਦੇ ਆਗੂ ਨੇ ਹੋਰ? ਦੇਖੋ ਜੀ, ਜਿਹੜਾ ਅੱਜ 26 ਤਰੀਕ ਦਾ ਪ੍ਰੋਗਰਾਮ ਹੈ, ਇਹ ਸਾਰਾ ਹੀ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ। ਸਵੇਰੇ ਵੀ ਅਸੀਂ ਆਪਣਾ ਜਿਹੜੇ ਇੱਥੇ ਪਿੰਡ ਦੇ ਵਿੱਚ ਜਿਹੜਾ ਸੀਗਾ ਜਿਵੇਂ ਪ੍ਰੋਗਰਾਮ ਸੀਗਾ ਉਹ ਅਸੀਂ ਕੀਤਾ। ਹੁਣ ਇਹ ਤੋਂ ਬਾਅਦ ਅਸੀਂ ਕੁੱਬੇ ਟੂਲ ਪਲਾਜ਼ਾ ਵਾ, ਉੱਥੇ ਸਾਡਾ ਪ੍ਰੋਗਰਾਮ ਹੈਗਾ ਅਗਲਾ। ਉੱਥੇ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਰਹੇ ਨੇ ਅਤੇ ਕਾਲੀਆਂ ਝੰਡੀਆਂ ਲੈ ਕੇ, ਅਤੇ ਸ਼ਾਮ ਨੂੰ 6 ਵਜੇ ਉੱਥੇ ਵੀ ਮੋਦੀ ਦਾ ਪੁਤਲਾ ਫੂਕਣਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਵੀ ਪ੍ਰੋਗਰਾਮ ਉਲੀਕੇ ਜਾਂਦੇ ਨੇ, ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ ਅਤੇ ਕਰਦੇ ਰਹਾਂਗੇ। ਤੇ ਨੌਜਵਾਨ ਨੇ ਜਿਹੜੇ ਸਾਡੇ, ਕਿਉਂਕਿ ਵੋਟਾਂ ਵੀ ਆ ਰਹੀਆਂ ਨੇ, ਚੋਣਾਂ ਵੀ ਨੇ ਅੱਗੇ, ਤੇ ਪੰਜਾਬ ਦੇ ਹਾਲਾਤ ਬਾਹਲੇ ਸੁਖਾਵੇਂ ਨਹੀਂ ਹੈਗੇ ਕਿਸਾਨੀ ਦੇ ਤੌਰ ਤੇ ਵੀ, ਨੌਜਵਾਨੀ ਦੇ ਤੌਰ ਤੇ ਵੀ। ਜੇ ਆਪਾਂ ਦੇਖੀਏ, ਸਾਡੇ ਨੌਜਵਾਨਾਂ ਨੂੰ, ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋ? ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਇਹ ਸੰਘਰਸ਼ ਨੇ, ਜਿਵੇਂ ਮੈਂ ਪਹਿਲਾਂ ਕਿਹਾ ਵੀ ਆਉਣ ਵਾਲਾ ਭਵਿੱਖ ਤੈਅ ਕਰਨਾ। ਜੇ ਤਾਂ ਤੁਸੀਂ ਸੰਘਰਸ਼ ਜਿੱਤ ਗਏ ਤਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਤੁਹਾਡਾ ਪੰਜਾਬ ਨੂੰ 50 ਸਾਲ ਤੱਕ ਕੋਈ ਅੱਖ ਭਰ ਕੇ ਨਹੀਂ ਦੇਖੂਗਾ। ਨਹੀਂ ਤਾਂ RSS ਨੇ ਪੰਜਾਬ ਦੇ ਰਾਜ ਦਾ ਦਰਜਾ ਖਤਮ ਕਰ ਦੇਣਾ। ਜਦੋਂ ਪੰਜਾਬ ਰਾਜ ਦਾ ਦਰਜਾ ਖਤਮ ਹੋ ਗਿਆ ਤਾਂ ਤੁਹਾਡੇ ਸਕੂਲਾਂ ਦੇ ਵਿੱਚ ਹਿੰਦੀ ਮੀਡੀਅਮ ਆ ਜਾਣਾ ਚੰਡੀਗੜ੍ਹ ਵਾਂਗੂ, ਕਿਉਂਕਿ ਤੁਸੀਂ ਕੇਂਦਰ ਪ੍ਰਦੇਸ਼ ਬਣ ਜਾਣਾ ਨਾ। ਫਿਰ ਆਪਾਂ ਨੇ ਆਪਣੀਆਂ 2 ਯੂਟੀਆਂ ਬਣਾਉਣੀਆਂ ਨੇ। RSS ਦਾ ਏਜੰਡਾ ਵੀਰੇ ਇਹ ਹੋ ਚੁੱਕਿਆ, ਪ੍ਰਪੋਜ਼ਲ ਬਿਲਕੁਲ ਤਿਆਰ ਪਏ ਨੇ ਅਤੇ ਲਾਗੂ ਕਰਨੇ ਨੇ। ਇਹ ਜਿਹੜਾ ਤੁਹਾਨੂੰ ਹੁਣ ਟੈਸਟ ਪੈਨ ਲਾ ਕੇ ਦੇਖਿਆ ਹੋਇਆ ਵੀ ਇਹ ਕਿਸਾਨੀ ਮੋਰਚੇ 'ਚ ਕੀ ਕਰਦੇ ਨੇ, ਕਿਉਂਕਿ ਜੇ ਤਾਂ ਅਸੀਂ ਕਿਸਾਨੀ ਮੋਰਚਾ ਹਾਰ ਕੇ ਘਰਾਂ ਨੂੰ ਤੁਰੇ ਆਏ ਤਾਂ ਅਗਲਾ ਪ੍ਰਪੋਜ਼ਲ ਪੰਜਾਬ ਦੀਆਂ ਸਟੇਟ ਨੂੰ ਖਤਮ ਕਰਕੇ ਇੱਥੇ ਤੁਹਾਡੀ ਪੰਜਾਬੀ ਭਾਸ਼ਾ ਵੀ ਖਤਮ। ਪੂਰੀ ਦੁਨੀਆ ਦੇ ਵਿੱਚੋਂ ਜਿਹੜਾ ਪੰਜਾਬ ਦੇ ਉੱਤੇ ਦੁਨੀਆ ਦੇ ਤੁਸੀਂ ਨਕਸ਼ਾ ਦੇਖਦੇ ਹੋ, ਜਿੱਥੇ ਪੰਜਾਬ ਮਾਣ ਮਹਿਸੂਸ ਕਰਦੇ ਹੋ ਵੀ ਆਹ ਸਾਡਾ ਪੰਜਾਬ ਆ, ਉੱਥੇ ਬਿਲਕੁਲ ਉਹ ਪੰਜਾਬ ਸ਼ਬਦ ਖਤਮ ਹੋ ਜਾਣਾ ਅਤੇ ਤੁਸੀਂ ਕੀ ਕਰੋਗੇ ਫਿਰ? ਸੋ ਮੈਂ ਬੇਨਤੀ ਕਰਦਾ ਯਾਰ, ਕੀ ਦੇਤਾ ਤੁਹਾਨੂੰ 70-75 ਸਾਲਾਂ ਦੇ ਵਿੱਚ ਇਹਨਾਂ ਲੀਡਰਾਂ ਨੇ? ਤੁਸੀਂ ਇਹਨਾਂ ਦੀਆਂ ਵੋਟਾਂ ਪਾਉਂਦੇ ਆ ਰਹੇ ਹੋ। ਜਿਹੜੇ ਲੀਡਰ ਤੁਹਾਡੇ ਦਰਵਾਜ਼ੇ ਦੇ ਅੱਗੇ ਸ਼ਰਾਬ ਦੀਆਂ ਬੋਤਲਾਂ ਚੱਕੀ ਖੜੇ ਨੇ, ਤੁਹਾਡੇ ਦਰਵਾਜ਼ੇ ਦੇ ਅੱਗੇ ਭੁੱਕੀ ਚੱਕੀ ਖੜੇ ਨੇ, ਸਮੈਕ ਚੱਕੀ ਖੜੇ ਨੇ, ਤੁਹਾਨੂੰ ਵੋਟ ਪਾਉਣ ਲਈ ਕਹਿ ਰਹੇ ਨੇ, ਕੀ ਤੁਹਾਡੀ ਨਸਲਾਂ ਦੀ ਰਾਖੀ ਕਰ ਲੈਣਗੇ? ਉਹ ਲੀਡਰ ਤੁਹਾਡੀਆਂ ਨਸਲਾਂ ਦੀ ਰਾਖੀ ਨਹੀਂ ਕਰ ਸਕਦੇ। ਵੋਟ ਜਿਹਨੂੰ ਮਰਜ਼ੀ ਪਾਓ, ਤੁਹਾਡਾ ਅਧਿਕਾਰ ਆ, ਪਰ ਸੋਚ ਸਮਝ ਕੇ ਆਪਣੀਆਂ ਵੋਟਾਂ ਪਾਇਓ। ਵੋਟਾਂ ਤੋਂ ਪਹਿਲਾਂ ਆਓ ਆਪਾਂ ਜਿਹੜਾ ਕਿਸਾਨੀ ਸੰਘਰਸ਼ ਹੈ ਇਹਨੂੰ ਜਿੱਤੀਏ। ਅਤੇ ਮੈਂ ਅਪੀਲ ਕਰਦਾ ਪੰਜਾਬ ਦੇ ਨੌਜਵਾਨਾਂ ਨੂੰ ਵੀ ਹੀਰਾਂ ਕੱਤ ਕੇ ਆਪਾਂ ਨੂੰ ਕਿਸਾਨੀ ਮੋਰਚੇ ਵਿੱਚ ਪਹੁੰਚਣਾ ਚਾਹੀਦਾ। ਮੋਰਚੇ ਦੀ ਹਮਾਇਤ ਕਰਨੀ ਚਾਹੀਦੀ ਆ, ਖਾਸ ਕਰਕੇ ਨੌਜਵਾਨ ਇਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਸੋ ਇਹ ਸੀ ਵੀਰ ਵਰਿੰਦਰ ਸਿੰਘ ਸੇਖੋਂ ਸਾਡੇ ਨਾਲ, ਜੋ ਕਿ ਨੌਜਵਾਨ ਕਿਸਾਨ ਆਗੂ ਨੇ। ਬੜੀ ਬੇਬਾਕੀ ਅਤੇ ਇਮਾਨਦਾਰੀ ਦੇ ਨਾਲ ਇਹਨਾਂ ਨੇ ਸਾਡੇ ਨਾਲ ਹਰ ਇੱਕ ਮੁੱਦੇ 'ਤੇ ਜਿਹੜੀ ਉਹ ਗੱਲਬਾਤ ਕੀਤੀ ਹੈ। ਸੋ ਨੌਜਵਾਨਾਂ ਨੂੰ ਵੀ ਇਹਨਾਂ ਨੇ ਇਹੀ ਸੰਦੇਸ਼ ਦਿੱਤਾ ਵੀ ਇਕੱਠੇ ਹੋਵੋ, ਬਰੂਹਾਂ ਜਿਹੜੀਆਂ ਬੈਠੀਆਂ ਨੇ ਦਿੱਲੀ ਦੀਆਂ ਬਰੂਹਾਂ 'ਤੇ, ਸਾਡੇ ਕਿਸਾਨ, ਉਹਨਾਂ ਦਾ ਸਾਥ ਦਿਓ, ਇਕਜੁੱਟ ਹੋ ਕੇ। ਆਪਣੇ ਧੜੇਬੰਦੀ ਆਪਸ ਦੇ ਵਿੱਚ ਜੋ ਤੁਹਾਡੀਆਂ ਕੋਈ ਪ੍ਰੋਬਲਮਸ ਨੇ ਜਾਂ ਕੋਈ ਇਸ਼ੂਜ਼ ਨੇ, ਉਹਨਾਂ ਨੂੰ ਸਾਈਡ 'ਤੇ ਰੱਖ ਕੇ ਇਕਜੁੱਟ ਹੋ ਕੇ ਕਿਸਾਨੀ ਮੋਰਚੇ ਨੂੰ ਜਿਤਾਇਆ ਜਾਵੇ। ਸੋ ਅੱਜ ਦੀ ਤਰੀਕ ਹੈ ਜਿਹੜੀ ਉਹ ਯਾਦਗਾਰ ਰਹੂਗੀ, ਕਿਉਂਕਿ 26 ਤਰੀਕ ਇਤਿਹਾਸ ਦੇ ਵਿੱਚ ਇੱਕ ਕਾਲੇ ਦਿਵਸ ਦੇ ਤੌਰ 'ਤੇ ਮਨਾਈ ਜਾਊਗੀ। ਸੋ ਮੋਦੀ ਸਰਕਾਰ ਨੂੰ ਸਾਡੇ ਨੌਜਵਾਨ, ਸਾਡੇ ਕਿਸਾਨ ਉਹ ਲਾਹਣਤਾਂ ਪਾ ਰਹੇ ਨੇ, ਅਤੇ ਸਾਡੇ ਵੱਲੋਂ ਵੀ ਇਹੀ ਬੇਨਤੀ ਹੈ ਵੀ ਇਹ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ, ਅਤੇ ਤਾਂ ਜੋ ਕਿ ਆਪਾਂ ਸੁਚੱਜੇ ਅਤੇ ਸੁਹਿਰਦ ਸਮਾਜ ਦੀ ਹੈ ਜਿਹੜੀ ਉਹ ਸਿਰਜਣਾ ਕਰ ਸਕੀਏ। ਸੋ ਐਵੇਂ ਪਿਆਰ ਦਿੰਦੇ ਰਹੋ। ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ, ਅਮਨਦੀਪ ਸਿੰਘ ਦੇ ਨਾਲ।